ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:12 ਹੋਏ ਨੇ। 22 ਅਕਤੂਬਰ ਦਾ ਦਿਨ ਹੈ, ਵਰ੍ਹਾ 2020 ਦਾ, ਵੀਰਵਾਰ ਹੈ। 8 ਕੱਤਕ ਨਾਨਕ ਸ਼ਾਹੀ ਸੰਮਤ 552। ਅੱਜ ਦੇ ਦਿਨ 1893 ਦੇ ਵਿੱਚ ਸਰਕਾਰੇ ਖਾਲਸਾ ਦਾ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੀ। ਪਹਿਲੇ ਹਿੱਸੇ ਦੇ ਵਿੱਚ ਅੱਜ ਆਪਾਂ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਤਿੰਦਰ ਸਰਤਾਜ ਹੋਣਾ ਦੇ ਨਾਲ ਗੱਲਬਾਤ ਕਰਨ ਦੀ, ਜਿਨ੍ਹਾਂ ਨੇ ਬਲੈਕ ਪ੍ਰਿੰਸ ਜਦ ਇੱਕ ਫਿਲਮ ਬਣਾਈ ਤਾਂ ਉਹ ਮਹਾਰਾਜਾ ਦਲੀਪ ਸਿੰਘ ਦੇ ਰੂਪ ਦੇ ਵਿੱਚ ਜੀਵੇ ਸਨ। ਉਹਨਾਂ ਨਾਲ ਜਦ ਬਲੈਕ ਪ੍ਰਿੰਸ ਫਿਲਮ ਆਈ ਸੀ, ਉਹਨਾਂ ਨਾਲ ਗੱਲ ਆਪਾਂ ਕੀਤੀ ਸੀ, ਯਾਦ ਹੈ ਤੁਹਾਨੂੰ ਲੋਕ ਸੱਥ ਦੇ ਵਿੱਚ। ਉਹ ਕਹਿੰਦੇ ਵੀ ਮੇਰੇ ਵਿੱਚੋਂ ਮਹਾਰਾਜਾ ਦਲੀਪ ਸਿੰਘ ਨਹੀਂ ਨਿਕਲ ਰਿਹਾ। ਜਦ ਮੈਂ ਉਹਦੇ ਰਾਹੀਂ ਉਸ ਤਰ੍ਹਾਂ ਜੀਵਿਆ, ਉਸ ਦੇ ਮਹਿਲਾਂ 'ਚ, ਉਸ ਦੇ ਅਲੱਗ-ਅਲੱਗ ਜਗ੍ਹਾ 'ਤੇ ਜਿੱਥੇ ਜਿੱਥੇ ਰਿਹਾ। ਮਹਾਰਾਜਾ ਦਲੀਪ ਸਿੰਘ ਜੀ ਹੋਰਾਂ ਦੇ ਬਾਰੇ ਅੱਜ ਉਹਨਾਂ ਦੀ ਜ਼ਿੰਦਗੀ ਦੀ ਗੱਲਬਾਤ ਡਾਕਟਰ ਸਤਿੰਦਰ ਸਰਤਾਜ ਤੋਂ ਬਾਅਦ ਤੁਸੀਂ ਵੀ ਸ਼ਾਮਲ ਹੋਣਾ। ਦੂਸਰੇ ਹਿੱਸੇ ਦੇ ਵਿੱਚ ਕੁਝ ਖਬਰਾਂ ਤੇ ਕੇਦੀਪ ਤੇ ਜਗਮੋਹਨ ਕੌਰ ਦੀ ਗੱਲਬਾਤ ਹੋਏਗੀ। ਜਗਮੋਹਨ ਕੌਰ ਬੂਰ ਮਾਜਰੇ ਤੋਂ ਰੋਪੜ ਦੀ ਜੱਟੀ ਤੇ ਕੇਦੀਪ ਦੇ ਨਾਲ ਵਿਆਹ ਕਰਾ ਕੇ ਫੇਰ ਉਹਨਾਂ ਨੇ ਬਹੁਤ ਲੰਮਾ ਸਮਾਂ, ਜਦ ਕੇਦੀਪ ਤੇ ਜਗਮੋਹਨ ਹੋਣੀ ਮੇਰੇ ਯਾਦ ਹੈ ਕਲਕੱਤੇ ਗਾਉਣ ਜਾਂਦੇ ਤਾਂ ਸਾਰਾ ਕਲਕੱਤਾ, ਸਾਰੇ ਪੰਜਾਬੀ ਕਲਕੱਤੇ ਦੇ ਵਿੱਚ ਮਤਲਬ ਕੋਈ ਜਗ੍ਹਾ ਨਾ ਹੁੰਦੀ ਜਿੱਥੇ ਕੇਦੀਪ ਦੀਆਂ ਗੱਲਾਂ ਹੁੰਦੀਆਂ। ਪੰਜਾਬ ਮੇਲ ਚੜ੍ਹਦੇ ਤੇ ਪੰਜਾਬ ਮੇਲੇ ਉਤਰਦੇ, ਪੰਜਾਬ ਮੇਲ ਚੜ੍ਹਾਉਣ ਆਉਂਦੇ ਉਹਨਾਂ ਨੂੰ ਹਾਬੜੇ, ਤੇ ਉਹਨਾਂ ਦੀ ਗੱਲਬਾਤ ਹੋਏਗੀ। ਨਿੱਜੀ ਪਾਰਕਿੰਗ, ਜਿਹੜੀਆਂ ਪ੍ਰਾਈਵੇਟ ਪਾਰਕਿੰਗ ਨੇ, ਉਹਦੀਆਂ ਟਿਕਟਾਂ ਬਹੁਤ ਆ ਰਹੀਆਂ, ਉਹ ਵੀ ਕੁਛ ਗੱਲਬਾਤ ਤੁਹਾਡੇ ਨਾਲ ਕਰਾਂਗੇ। ਸਮਾਂ ਬਚ ਗਿਆ, ਰਾਜਨੀਤੀ ਦੀ ਵੀ ਗੱਲਬਾਤ ਹੋਏਗੀ। ਸੁਣਦੇ ਰਹੋ ਸ਼ੇਰੇ ਪੰਜਾਬ। 604 204 0600 ਨੰਬਰ ਹੈ, 604 204 0600। ਬਹੁਤਾ ਸਮਾਂ ਨਹੀਂ ਹੋਇਆ, 127 ਸਾਲ ਪਹਿਲਾਂ ਸਰਕਾਰੇ ਖਾਲਸਾ ਦਾ ਰਾਜਾ ਸਾਡਾ ਮਹਾਰਾਜਾ ਦਲੀਪ ਸਿੰਘ ਇਸ ਸੰਸਾਰ ਤੋਂ ਕੂਚ ਕਰ ਗਿਆ। ਅਸੀਂ ਉਜੜੇ ਮਹਿਸੂਸ ਕਰਦੇ ਹਾਂ। ਕੌਮ ਨੂੰ ਪਤਾ ਨਹੀਂ ਕਿ ਤਖਤਾਂ ਤਾਜਾਂ ਦੇ ਵਾਲੇ ਅਸੀਂ ਸਾਂ ਕਿਸੇ ਸਮੇਂ। ਸਾਡੇ ਪੜਦਾਦਿਆਂ ਦੇ ਸਮੇਂ, ਨੱਕੜਦਾਦਿਆਂ ਦੇ ਸਮੇਂ ਸਾਡਾ ਰਾਜ ਸੀ ਪੰਜਾਬ ਦੇ ਵਿੱਚ। ਕਿਹਾ ਬੁਰਸ਼ਿਆ ਆਣ ਹਨੇਰ ਪਾਇਆ, ਜਿਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ। ਕੈਂਠੇ ਕੜੇ ਇਨਾਮ ਰੁਪਏ 12, ਕਦੇ 5 ਤੇ 7 ਨਾ 4 ਲੈਂਦੇ। ਕਈ ਤੁਰੇ ਨਹੀਂ ਕਿਲੇ ਦੀ ਲੁੱਟ ਉੱਤੇ, ਕਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ। ਸ਼ਾਹ ਮੁਹੰਮਦਾ ਚੜੇ ਮਝੈਲ ਭਾਈਏ, ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ। ਪਿੱਛੇ ਇੱਕ ਸਰਕਾਰ ਦੇ ਖੇਡ ਚੱਲੀ ਪਈ, ਨਿੱਤ ਹੁੰਦੀ ਮਾਰੋ ਮਾਰ ਮੀਆਂ। ਸਿੰਘਾਂ ਮਾਰ ਸਰਦਾਰਾਂ ਦਾ ਨਾਸ਼ ਕੀਤਾ, ਸਭੋ ਕਤਲ ਹੋਏ ਬਾਰੋ ਬਾਰ ਮੀਆਂ। ਸਿਰ ਤੇ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਇਆ ਸ਼ੁਤਰ ਜਿਉਂ ਬਾਜ਼ ਮੁਹਾਰ ਮੀਆਂ। ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਫੇਰ ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ 22 ਅਕਤੂਬਰ 1893 ਨੂੰ ਪੈਰਿਸ ਦੇ ਵਿੱਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। 1838 ਦਾ ਜਨਮ ਹੈ ਮਹਾਰਾਜੇ ਦਾ। ਸਾਲ ਬਾਅਦ ਬਾਪੂ ਤੁਰ ਜਾਂਦਾ। ਉਹਦੇ ਬਾਅਦ ਜਿਹੜਾ ਤਾਂ ਹੀ ਕਹਿੰਦੇ ਨੇ ਨਾ, ਰਾਜਿਆਂ ਦੇ ਘਰਾਂ ਦੇ ਵਿੱਚ ਜੰਮ ਕੇ ਕਿਸਮਤਾਂ ਜਿਹੜੀਆਂ ਲਿਖਾ ਕੇ ਜੰਮ ਤਾਂ ਪਗਲਾ ਪੈਂਦਾ, ਮੁੜ ਕੇ ਰਾਜਾ ਸ਼ਾਹੀ ਭੋਗਣ ਦੇ ਲਈ ਮੁਕੱਦਰ ਚਾਹੀਦੇ। ਨਹੀਂ ਤਾਂ ਇੱਕ ਝੌਂਪੜੀ ਦੇ ਵਿੱਚ ਜੰਮ ਕੇ ਮਹਾਰਾਜੇ ਦੀ ਕਿਸਮਤ ਲੈ ਕੇ ਜੰਮਿਆ ਬੰਦਾ ਝੌਂਪੜੀ ਤੋਂ ਜਿਹੜੇ ਮਹਿਲ ਬਣਾ ਦਿੰਦਾ। ਕਿਸ ਤਰ੍ਹਾਂ ਬਰਬਾਦੀ ਹੋਈ, ਭਰੋਵਾਲ ਅਹਿਦਨਾਮਾ ਕੀ ਹੋਇਆ, ਇੰਗਲੈਂਡ ਦੀ ਰਵਾਨਗੀ ਹੋਈ, ਬਹੁਤ ਇਹ ਅਕਸਰ ਡਿਸਕਸ਼ਨ ਰਹੀ ਹੈ। ਬੜੇ ਸਾਖਰ ਸਿੱਖ ਬਹੁਤ ਵਾਰ ਕਹਿੰਦੇ ਆ, ਉਹਨਾਂ ਨਾਲ ਕਹਿੰਦੇ ਸਾਨੂੰ ਤਾਂ ਫਰੰਗੀਆਂ ਨੇ ਬਚਾਇਆ। ਫਰੰਗੀਆਂ ਨੇ ਜਿਹੜਾ ਕੁਛ ਸਿੱਖ ਕੌਮ ਦੇ ਨਾਲ ਕੀਤਾ ਉਹਨੂੰ ਤੁਸੀਂ ਭਰਾ ਨਹੀਂ ਕਰ ਸਕਦੇ। ਜੇ 4 ਚੀਜ਼ਾਂ ਤੁਹਾਡੀਆਂ ਸਾਂਭ ਲੀਆਂ ਮਿਊਜ਼ੀਅਮ 'ਚ, ਇਹਦਾ ਇਹ ਨਹੀਂ ਮਤਲਬ ਕਿ ਉਹ ਤੁਹਾਡੇ ਖੈਰ ਖੁਆਹ ਸੀ। ਜਿਹੜਾ ਕੁਛ ਬਰਬਾਦੀ ਉਹਨਾਂ ਨੇ ਕੀਤੀ ਅਹਿਦਨਾਮਿਆਂ ਤੋਂ ਮੁੱਕਰ ਕੇ, ਕਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਉਸੇ ਸਮੇਂ ਪੰਜਾਬ ਤੋਂ ਬਾਹਰ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ ਕੈਦ ਕਰਕੇ
ਤੇ ਮਹਾਰਾਜੇ ਨੂੰ ਯੂਪੀ 'ਚ ਫਤਿਹਗੜ੍ਹ ਦੀ ਜਗ੍ਹਾ ਤੇ ਲਿਜਾ ਕੇ ਸ਼੍ਰੀਮਤੀ ਅਤੇ ਸ਼੍ਰੀ ਲੋਗਨ ਹੈ ਦੀ ਨਿਗਰਾਨੀ ਹੇਠ ਛੱਡ ਦਿੱਤਾ ਹੈ ਤੇ ਵਰਗਲਾ ਕੇ ਈਸਾਈ ਧਰਮ ਉਹਨਾਂ ਨੂੰ ਗ੍ਰਹਿਣ ਕੀਤਾ ਤੇ ਅਣਖ ਪੰਜਾਬ ਦੀ ਜਿਹੜੀ ਖਤਮ ਕਰਨ ਦੇ ਲਈ ਸ਼ੇਖੂਪੁਰੇ ਦੇ ਕਿਲ੍ਹੇ 'ਚ ਕੈਦ ਮਹਾਰਾਣੀ ਨੂੰ ਜਦ ਇਸ ਹਾਲਤਾਂ ਦਾ ਪਤਾ ਲੱਗਿਆ ਕਿ ਪੁੱਤ ਗਿਆ, ਉਹ ਸ਼ੇਰਨੀ ਵਾਂਗੂ ਪਿੰਜਰੇ 'ਚ ਤੜਫੀ ਤੇ ਪਰ ਜ਼ੋਰ ਨਾ ਚੱਲਿਆ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਂਦੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਤਿੰਦਰ ਸਰਤਾਜ ਨਾਲ ਸੰਪਰਕ ਜੇ ਬਣ ਗਿਆ ਤਾਂ ਵਾਪਸ ਆ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦਲੀਪ ਸਿੰਘ ਗੱਦੀ ਉੱਤੇ ਰਹੇ ਬੈਠਾ, ਹੀਰਾ ਸਿੰਘ ਜੋ ਰਾਜ ਕਮਾਮਦਾਈ, ਜੱਲਾ ਉਸ ਦਾ ਖਾਸ ਵਜ਼ੀਰ ਹੈ ਸੀ, ਖਾਤਰ ਵਿੱਚ ਨਾ ਕਿਸੇ ਲਿਆਂਦਾ ਈ, ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ, ਕਹੇ ਕੁਝ ਤੇ ਕੁਝ ਕਮਾਮਦਾਈ, ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦਿੰਦਾ, ਹੀਰਾ ਸਿੰਘ ਦਾ ਨਾਸ ਕਰਾਮਦਾਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲਖਤੇ ਜ਼ਿਗਰ ਤੇ ਸਰਕਾਰੇ ਖਾਲਸਾ ਦੇ ਆਖਰੀ ਬਾਦਸ਼ਾਹ ਅੱਜ ਦੇ ਦਿਨ ਪੈਰਿਸ ਦੇ ਵਿੱਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਦ ਬਲੈਕ ਪ੍ਰਿੰਸ ਆਫ ਪੈਥਸ਼ਾਇਰ, ਇੱਕ ਫਿਲਮ ਜਿਹੜਾ ਦ ਬਲੈਕ ਪ੍ਰਿੰਸ ਜਾਂ ਤੁਸੀਂ ਵੇਖੀ, ਜਿਹਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਨੇ ਜ਼ਿੰਦਗੀ ਦੇ ਬਹੁਤ ਵਰੇ 5 ਦੇ ਕਰੀਬ ਵਰੇ ਗੱਲਾਂ ਹੋਣ ਲੱਗ ਗਈਆਂ ਲੋਕਾਂ ਦੇ ਵਿੱਚ, ਸਤਿੰਦਰ ਸਰਤਾਜ ਗਾਉਂਦਾ ਨਹੀਂ, ਸਤਿੰਦਰ ਸਰਤਾਜ ਕਿੱਧਰ ਚਲੇ ਗਿਆ। ਸਤਿੰਦਰ ਸਰਤਾਜ ਉਹਨਾਂ ਨੇ ਬਲੈਕ ਪ੍ਰਿੰਸ ਨੂੰ ਜੀਵਿਆ ਤੇ ਫਿਰ ਤੁਹਾਡੇ ਸਨਮੁਖ ਕੀਤਾ। ਇਹ ਤੁਹਾਡੀਆਂ ਲਾਇਬ੍ਰੇਰੀਆਂ ਦਾ ਇੱਕ ਅਜਿਹਾ ਇੱਕ ਇਨਸਾਈਕਲੋਪੀਡੀਆ, ਇੱਕ ਇਤਿਹਾਸਕ ਦਸਤਾਵੇਜ਼ ਹੈ ਜਿਹੜਾ ਤੁਹਾਡੇ ਘਰਾਂ 'ਚ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਇਹੋ ਜਿਹੀਆਂ ਫਿਲਮਾਂ ਮੁੜ ਕੇ ਨਹੀਂ ਬਣਦੀਆਂ। ਮਹਾਰਾਜਾ ਦਲੀਪ ਸਿੰਘ ਦੇ ਬਾਰੇ ਗੱਲਬਾਤ ਕਰਨ ਲਈ ਡਾਕਟਰ ਸਤਿੰਦਰ ਸਰਤਾਜ ਉਹਨਾਂ ਨਾਲ ਨੇ ਸਮਾਂ ਦਿੱਤਾ, ਉਹਨਾਂ ਨਾਲ ਹੁਣ ਸ਼ਾਮਲ ਉਹਨਾਂ ਨੂੰ ਕਰਦੇ ਹਾਂ। ਡਾਕਟਰ ਸਤਿੰਦਰ ਸਰਤਾਜ ਜੀ, ਧੰਨਵਾਦ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿੰਦਰ ਜੀ, ਹੈਲੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ। ਅੱਜ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਜੀ, ਇੱਕ ਦਿਨ ਜਿਹਨੂੰ ਪੜ੍ਹ ਕੇ ਸੁਣਾਉਣ ਦਾ ਵਿਕੀਪੀਡੀਆ ਤੇ ਬਹੁਤ ਕੁਝ ਪਿਆ, ਕਿਤਾਬਾਂ ਪਈਆਂ ਨੇ, ਪਰ ਤੁਸੀਂ ਇੱਕ ਅਜਿਹੇ ਕਿਸਮਤ ਵਾਲੇ ਹੋ। ਪਹਿਲੀ ਤਾਂ ਗੱਲ, ਭਾਈਚਾਰੇ ਨੇ ਪਿਆਰ ਬਹੁਤ ਦਿੱਤਾ ਤੁਹਾਨੂੰ, ਤੇ ਉਹਦੇ ਬਾਅਦ ਤੁਹਾਨੂੰ ਚੁਣਿਆ ਗਿਆ ਕਿ ਤੁਸੀਂ ਮਹਾਰਾਜਾ ਦਲੀਪ ਸਿੰਘ ਬਣ ਕੇ ਜੀਵੋ। ਹਾਲੇ ਵੀ ਤੁਸੀਂ ਉਹਨਾਂ ਦੇ ਵਿੱਚ ਜਦ ਆਖਰੀ ਵਾਰ ਆਪਣੀ ਗੱਲਬਾਤ ਹੋਈ ਤਾਂ ਤੁਸੀਂ ਕਿਹਾ ਵੀ ਮੇਰੇ ਵਿੱਚੋਂ ਗੱਲ ਨਹੀਂ ਨਿਕਲਦੀ। ਜਦ ਮੈਂ ਕਿਤੇ ਯਾਦ ਕਰਦਾ, ਮੇਰੇ ਕੋਲ ਸਾਰਾ ਹੀ ਮੇਰਾ ਮਹਿਲ, ਉਹਨਾਂ ਦਾ ਹੀ ਰਹਿਣ ਦੀ ਜਗ੍ਹਾ, ਜਿੱਥੇ ਤੁਸੀਂ ਰਹੇ, ਉਹਨਾਂ ਵਾਂਗੂ ਬੋਲੇ, ਉਹਨਾਂ ਵਾਂਗੂ ਲਿਬਾਸ ਪਾਇਆ। ਮਹਾਰਾਜਾ ਦਲੀਪ ਸਿੰਘ ਦੀ ਜੇ ਜ਼ਿੰਦਗੀ ਦੀ ਝਾਤ ਪਵਾਉਣੀ ਹੋਵੇ, ਕਿੱਥੋਂ ਸ਼ੁਰੂ ਕਰੋਗੇ? ਵੈਸੇ ਤਾਂ ਦਾ ਮੁਕੰਮਲ ਸਫ਼ਰ ਹੈ ਜਿਹੜਾ ਜ਼ਿੰਦਗੀ ਦਾ, ਬਹੁਤ ਹੀ ਮਾਇਨਾਰ ਦਾ, ਬਹੁਤ ਹੀ ਖਲੂਸ ਹੈ, ਔਰ ਜ਼ਿੰਦਗੀ ਦੀਆਂ ਸਾਰੀਆਂ ਜਿੰਨੀ ਵੀ ਜਦੋਜਹਿਦ ਉਹਨਾਂ ਦੀ ਹੋਈ ਹੈ, ਚਾਹੇ ਤੱਕ ਮਸ਼ੀਨੀ ਤੋਂ ਲੈ ਕੇ ਆਖਰੀ ਸਾਹਾਂ ਤੱਕ। ਜਿਹੜਾ ਤੁਸੀਂ ਪੈਰਿਸ ਦੇ ਹੋਟਲ ਦਾ ਨਾਮ ਲਿਆ, ਪੈਰਿਸ 8 ਦੇ ਵਿੱਚ ਹੈ, ਜੇਕਰ ਤੁਸੀਂ ਸੈਂਟਰਲ ਪੈਰਿਸ 'ਚ ਖੜੇ ਹੋ, ਉਹਦੇ ਵਿੱਚ ਨਾ 8 ਅਲੱਗ-ਅਲੱਗ ਰੋਡਸ ਨਿਕਲੀਆਂ, ਤੇ 8 ਜਿਹੜੀ ਰੋਡ ਹੈ ਉਹਦੇ ਅੰਦਰ ਜਾ ਕੇ, ਜਿਵੇਂ ਨਾ ਹਰ ਇੱਕ ਸ਼ਹਿਰ ਦੀ ਆਪਣਾ ਆਰਕੀਟੈਕਟ ਹੁੰਦਾ, ਜਿੱਦਾਂ ਦੂਸਰੀ ਫ੍ਰੈਂਚ ਆਰਕੀਟੈਕਟ ਸੀ ਜਿਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਦਿੱਤਾ ਆ। ਸੋ ਉੱਥੇ ਛੋਟਾ ਜਿਹਾ ਹੋਟਲ ਹੈ ਤੇ ਅਸੀਂ ਉੱਥੇ ਗਏ ਉਸ ਦਿਨ। ਉਹ ਪੈਰਿਸ ਤੇ ਉਹ ਰੂਮ ਉਸੇ ਤਰ੍ਹਾਂ ਹੀ ਪਿਆ ਹੋਇਆ, ਕਿਉਂਕਿ ਜਿਹੜੀ ਬ੍ਰਿਟੇਨ ਦੀ ਜਾਂ ਯੂਰੋਪੀਅਨ ਹਿਸਟਰੀ ਹੈ ਨਾ ਜੀ, ਪ੍ਰੀਜ਼ਰਵ ਬਹੁਤ ਹੋਈ ਹੈ। ਇਸ ਵੇਲੇ ਸਾਨੂੰ ਬੜੀ ਇਸ ਗੱਲ ਦਾ ਖੁਸ਼ੀ ਵੀ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਦੁਬਾਰਾ ਉੱਥੇ ਲੈ ਕੇ ਤਰੀਕੇ ਰੰਗਤ ਅਹਿਸਾਸ ਨੂੰ ਮਾਣ ਸਕਦੇ ਹਾਂ। ਸੋ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਅਹਿਮ ਜਦੋਜਹਿਦਾਂ ਦੇ ਵਿੱਚ ਹੈ, ਉਹ ਜਦੋਂ ਆਇਰਿਸ਼ ਰਿਬੈਲੀਅਨ ਨੂੰ ਮਿਲਦੇ ਆ, ਜਦੋਂ ਰਸ਼ੀਆ ਜਾਂਦੇ ਆ ਜ਼ਾਰ ਨੂੰ ਮਿਲਣੇ, ਉਹਨਾਂ ਨੂੰ ਕਾਫੀ ਅਰਸਾ ਉੱਥੇ ਰਹਿਣਾ ਪੈਂਦਾ। ਇਹ ਸਾਰੀਆਂ ਉਹ ਚੀਜ਼ਾਂ ਸੀਗੀਆਂ ਜਿਹੜੀ ਸਾਡੀ ਸਿੱਖ ਤਵਾਰੀਖ ਦੇ ਵਿੱਚ ਪਹਿਲਾਂ ਕਦੀ ਰੌਸ਼ਨ ਹੋ ਕੇ ਨਹੀਂ ਆਈਆਂ ਸੀ, ਜਿਹਨਾਂ ਤੇ ਕਦੀ ਝਾਤ ਨਹੀਂ ਸੀ ਪਈ। ਮਹਾਰਾਜਾ ਦਲੀਪ ਸਿੰਘ ਨੂੰ ਹਮੇਸ਼ਾ ਜਦੋਂ ਦੇਖਿਆ ਜਾਂਦਾ ਸੀਗਾ ਕਿ ਅੱਛਾ ਯਾਰ ਛੋਟੇ ਹੁੰਦੇ ਬਾਹਰ ਚਲੇ ਗਏ ਸੀ, ਫਿਰ ਨਹੀਂ ਪਤਾ ਕੀ ਹੋਇਆ। ਆਮ ਸਾਡੇ ਪੰਜਾਬ ਦੀਆਂ ਪਿੰਡਾਂ ਦੇ ਵਿੱਚ ਉਹਨਾਂ ਬਾਰੇ ਜੇਕਰ ਕੋਈ ਜਾਣਦਾ ਤੇ ਇੰਨਾ ਹੀ ਜਾਣਦਾ ਸੀਗਾ ਬਿਫੋਰ ਦੀ ਡੈਥ। ਪਰ ਮੈਨੂੰ ਇਸ ਗੱਲ ਦਾ ਦਿੱਤਾ ਤੁਸੀਂ ਕਿਹਾ ਕਿ ਫਖਰ ਵੀ ਹੈ, ਭਾਗੀ ਵੀ ਸਮਝਦਾ ਕਿ ਤੁਸੀਂ ਜ਼ਿੰਦਗੀ ਦੇ 5 ਵਰੇ, ਮੈਨੂੰ ਲੱਗਦਾ ਸੀ 20 ਸਾਲ ਉਮਰ 13 ਦੇ ਵਿੱਚ ਉਹਦੀ ਰਿਸਰਚ ਸ਼ੁਰੂ ਹੋਈ ਸੀ, ਉਹ 2017
ਦੇ ਵਿੱਚ ਹਨਾ ਉਹ ਫਿਲਮ ਰਿਲੀਜ਼ ਹੁੰਦੀ ਆ ਜੀ 18 ਐਂਡ ਇਸ ਕਰਕੇ ਉਹ ਜਿਹੜਾ ਇੰਨਾ ਲੰਮਾ ਸੰਸਾਰ ਸੀਗਾ, ਤੁਸੀਂ ਹਰ ਇਸ ਚੀਜ਼ ਨੂੰ ਉਹਨਾਂ ਦੇ, ਚਾਹੇ ਵਿਕਟਰ ਐਲਬਰਟ ਦਲੀਪ ਸਿੰਘ ਦਾ ਘਰ ਹੈ, ਚਾਹੇ ਦਾਂਦਾ ਦੀ ਬੈਕਗਰਾਉਂਡ ਹੈ, ਜਰਮਨ ਇੱਕ ਉਹਦੀ ਇੱਕ ਮੁਲਰ ਫੈਮਿਲੀ ਸੀ, ਦਾਂਦਾ ਮੁਲਰ ਉਹਨਾਂ ਦਾ ਨਾਮ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇੰਨੀ ਬਾਰੀਕੀ ਨਾਲ ਵੇਖੀਆਂ, ਤੁਸੀਂ ਇੱਕ ਕਰੈਕਟਰ ਦੇ ਵਿੱਚ ਮਤਲਬ ਕਿ ਜ਼ਿਆਦਾ ਵੜ ਗਏ ਜਾਂ ਉਹ ਇੱਕ ਰੂਹ ਤੁਹਾਡੇ ਚ ਸ਼ਾਮਿਲ ਹੋ ਗਈ। ਫਿਰ ਤੁਸੀਂ ਹਰ ਇੱਕ ਚੀਜ਼ ਨੂੰ ਇਸੇ ਨਜ਼ਰ ਨਾਲ ਦੇਖਿਆ ਕਿ ਅੱਛਾ ਇਹ ਜ਼ਿਆਦਾ ਹੋਇਆ, ਜਿਹੜੇ ਐਡੇ ਵੱਡੇ ਤਖਤ ਦੇ ਮਾਲਕ ਸੀ, ਪਰ ਅੱਜ ਇਹਨਾਂ ਦੀ ਜਿਹੜੀ ਹਾਲਾਤ ਆ, ਕੋਈ ਹਮਦਰਦੀ ਨਹੀਂ ਆ, ਮੈਨੂੰ ਮਿਲਿਆ ਨਹੀਂ ਕੁਛ। ਇਕਬਾਰ ਦਾ ਉਹਦੇ ਵਿੱਚ ਗੀਤ ਹੈ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਇਹ ਕੁਦਰਤ ਮੈਨੂੰ ਗੋਦ ਦੇ ਵਿੱਚ ਸੁਲਾ ਲੈਣੀ, ਮੇਰਾ ਕੋਈ ਨਹੀਂ ਗਲੇ ਲਗਾ ਲੈਣੀ, ਮਿਲਿਆ ਨਹੀਂ ਕੋਈ ਸ਼ਖਸ ਮੇਰੇ ਇਕਬਾਲ। ਸੋ ਮੈਂ ਸਿਰਫ ਮੁਕੰਮਲ ਦਾ ਬਲੈਕ ਪ੍ਰਿੰਸ ਮਤਲਬ ਦਲੀਪ ਦੀ ਕਹਾਣੀ ਤੋਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਐਸੇ ਪਹਿਲੂ, ਉਹਨਾਂ ਦੀ ਜ਼ਿੰਦਗੀ ਦੀ ਜੱਦੋਜਹਿਦ ਦੀ ਐਸੀ ਲੜਾਈ ਉਸ ਫਿਲਮ ਦੇ ਜ਼ਰੀਏ ਸਾਹਮਣੇ ਆਈ। ਮੈਂ ਕਈ ਵਾਰੀ ਕਹਿ ਲਓ ਕਿ ਬਾਕੀ ਜਿੱਦਾਂ ਬੰਦਾ ਬੋਲਦਾ, ਮੈਂ ਕਿਹਾ ਇੱਕ ਵਾਰੀ, ਮੈਂ ਕਿਹਾ ਕਾਸ਼ ਉਹ ਕਿਸੇ ਗੋਲੀ ਦਾ ਸ਼ਿਕਾਰ ਹੋ ਕੇ ਉਹ ਹਨਾ ਪੂਰੇ ਹੋਏ ਹੁੰਦੇ, ਚਾਹੇ ਕਿਸੇ ਤਲਵਾਰ ਨਾਲ ਦੇ ਫੱਟ ਨਾਲ ਹੁੰਦੇ ਸੀ, ਤੇ ਸ਼ਾਇਦ ਉਹਨਾਂ ਦਾ ਨਾਮ ਕਿਸੇ ਸ਼ਹੀਦ ਦੇ ਵਿੱਚ ਹੋ ਜਾਂਦਾ। ਪਰ ਅਣਹੋਣੀ ਇਹ ਹੈ ਕਿ ਪੈਰਿਸ ਦੇ ਵਿੱਚ ਇਕੱਲੇ ਇੱਕ ਕਿਸੇ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਅੱਖਾਂ ਬੰਦ ਕਰਨ ਵਾਲਾ ਵੀ ਕੋਈ ਨਹੀਂ ਹੈ। ਸਾਡੀ ਜਿਹੜੀ ਪੰਜਾਬੀਅਤ ਕੌਮ ਹੈ, ਇਹਦੇ ਵਿੱਚ ਜੁਝਾਰੂਪਨ ਦੀ ਤਰਜੀਹ ਜ਼ਿਆਦਾ ਹੈ। ਕਈ ਵਾਰੀ ਇਹੋ ਜਿਹੀਆਂ ਮਾਈਲਡ ਸ਼ਖਸੀਅਤਾਂ ਜਿਹੜੀਆਂ ਸਾਡੀ ਤਵਾਰੀਖੀਆਂ, ਉਹਨਾਂ ਨੂੰ ਅੱਖੋਂ ਪਰੋਖੇ ਜਾਂ ਦੌਰਿਆਂ ਕਰ ਦਿੰਦੇ ਆ। ਪਰ ਮੇਰੀ ਤਾਕੀਦ ਜ਼ਰੂਰ ਹੈ ਕਿ ਤੁਸੀਂ ਸ਼ੇਰੇ ਪੰਜਾਬ ਦੇ ਆਖਰੀ ਵਾਰਿਸ, ਕਿਉਂਕਿ ਤੁਹਾਡੇ ਤੇ ਵੀਡੀਓ ਦਾ ਨਾਮ ਵੀ ਤੁਸੀਂ ਦੇਖੋ ਇਹੀ ਹੈ, ਔਰ ਹਨਾ ਇੱਕ ਬਹੁਤ ਹੀ ਖੂਬਸੂਰਤ ਕੋਇਨਸੀਡੈਂਸ ਹੈ ਤੇ ਇਹ ਚੀਜ਼ਾਂ ਲੋਕਾਂ ਤੱਕ ਜ਼ਰੂਰ ਅੱਗੇ ਆਉਣੀਆਂ ਚਾਹੀਦੀਆਂ। ਔਰ ਖਾਸ ਤੌਰ ਤੇ ਜਿਸ ਮੁਲਕ ਦੇ ਤੁਸੀਂ ਨੁਮਾਇੰਦਗੀ ਕਰਦੇ ਹੋ, ਜਿਸ ਸ਼ਹਿਰ ਤੁਸੀਂ ਬੈਠੇ ਹੋ, ਉੱਥੇ ਤੇ ਮੈਨੂੰ ਲੱਗਦਾ ਕਿ ਸਾਡੀ ਪੰਜਾਬੀਅਤ ਇੱਥੇ ਇਸ ਪੰਜਾਬ ਨਾਲ ਵੀ ਜ਼ਿਆਦਾ ਗੂੜੀ ਵੱਸਦੀ ਹੈ। ਸਾਡੇ ਵਿੱਚ ਮੁਹੱਬਤਾਂ ਪੰਜਾਬੀਅਤ ਦੇ ਲਈ, ਤਵਾਰੀਖ ਦੇ ਲਈ, ਸਿੱਖੀ ਦੇ ਲਈ, ਸਾਰੀਆਂ ਚੀਜ਼ਾਂ ਦੇ ਲਈ ਇੱਥੇ ਨਾਲ ਵੀ ਜ਼ਿਆਦਾ ਹੈ। ਮੈਨੂੰ ਤੁਹਾਡਾ ਫਖਰ ਵੀ ਹੁੰਦਾ, ਹਮੇਸ਼ਾ ਮਾਣ ਵੀ ਹੁੰਦਾ ਕਿ ਤੁਸੀਂ ਸਤਿੰਦਰ ਸਿੰਘ ਨੂੰ ਸਰਤਾਜ ਬਣਾਇਆ, ਔਰ ਤੁਸੀਂ ਹੀ ਮੈਨੂੰ ਲੱਗਦਾ ਉਹਨਾਂ ਹੀ ਦੁਆਵਾਂ ਅਸੀਸਾਂ ਮੁਹੱਬਤਾਂ ਦੀ ਬਨਿਸਬਤ ਮੇਰੇ ਖਿਆਲ ਦਲੀਪ ਸਿੰਘ ਦਾ ਬਲੈਕ ਦੇ ਵਿੱਚ ਕਾਬਲ ਅਸੀਂ ਹੋ ਸਕੇ। ਸਰਦਾਰ ਸਾਹਿਬ, ਜਿਹੜਾ ਵੈਸੇ ਵੀ ਜ਼ਿੰਦਗੀ ਦੇ ਵਿੱਚ ਤੁਹਾਡੀ ਰੂਹ ਆ ਜਿਹੜੀ, ਜਿਸ ਤਰ੍ਹਾਂ ਤੁਸੀਂ ਜੀਵਦੇ ਹੋ, ਤੇ ਉਹਨਾਂ ਨੇ ਕੋਈ ਫਰਕ ਨਹੀਂ ਪਾਇਆ ਕਿ ਅੱਜ ਸਤਿੰਦਰ ਸਰਤਾਜ PU 'ਚ ਪੜ੍ਹਦਾ ਤੇ ਅੱਜ ਡਾਕਟਰ ਸਤਿੰਦਰ ਸਰਤਾਜ ਵੱਡਿਆਂ ਮਹਿਲਾਂ ਦੇ ਵਿੱਚ ਜਦ ਮਹਾਰਾਜੇ ਦੀ ਲਿਬਾਸ ਦੇ ਵਿੱਚ ਵਿਚਰਦਾ। ਪਰ ਉਹਨਾਂ ਨੂੰ ਮੈਂ ਤੁਹਾਨੂੰ ਉਸ ਫਿਲਮ ਤੋਂ ਬਾਅਦ ਜਦ ਆਪਾਂ ਬੈਠੇ ਤਾਂ ਤੁਹਾਡੇ 'ਚ ਇੱਕ ਦਰਦ ਸੀ, ਦਰਦਾਂ ਵਾਲਾ ਦੇਸ਼ ਜਿਹੜਾ ਹੈ। ਮੈਨੂੰ ਲੱਗਦਾ ਜ਼ਿੰਦਗੀ, ਇਸ ਫਿਲਮ ਨੇ ਬਹੁਤ ਕੁਝ ਤੁਹਾਡੇ 'ਚ ਬਦਲਾਅ ਤੁਹਾਡੇ ਵਿੱਚ ਇੱਕ ਤੁਹਾਡੀ ਸ਼ਖਸੀਅਤ 'ਚ ਲੈ ਕੇ ਆਂਦਾ ਹੈ। ਉਹ ਫਿਲਮ ਨੂੰ ਫਿਲਮਾਉਂਦਿਆਂ ਕਿਹੜੇ ਘਟਨਾਕ੍ਰਮ ਨੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਝੰਜੋੜਿਆ? ਕੀ ਅਦਨ ਦੀ ਬੰਦਰਗਾਹ ਦੀ ਗੱਲ, ਜਾਂ ਰਸ਼ੀਆ 'ਚ ਜਦੋਂ ਜਾਂਦੇ ਨੇ, ਜਾਂ ਜਦ ਉਹਨਾਂ ਨੂੰ ਪਤਾ ਲੱਗਦਾ ਯਾਰ ਮੈਂ ਤਾਂ ਸਿੱਖ ਹਾਂ, ਵੀ ਮੈਨੂੰ ਇਹਨਾਂ ਨੇ ਈਸਾਈ ਬਣਾ ਕੇ ਕਿਵੇਂ ਰੱਖਿਆ? ਇਹ ਜਿਹੜਾ ਠਾਕਰ ਸਿੰਘ ਸੰਧਾਵਾਲੀਆ ਹੋਰੀ ਇੱਕ ਬਹੁਤ ਵੱਡਾ ਨਾਂ ਹੈ ਜਿਹੜਾ ਉਹਨਾਂ ਦੇ ਨਾਲ ਚੱਲਦੇ ਨੇ, ਤੇ ਉਹ ਉਹਨਾਂ ਨੂੰ ਅਖੀਰਲੇ ਸਮੇਂ 'ਚ ਉਹਨਾਂ ਕੋਲ ਆ ਕੇ ਵੀ ਰਹਿੰਦੇ ਆ। ਸੋ ਉਹਨਾਂ ਦੀ ਜ਼ਿੰਦਗੀ ਦੇ ਕਿਹੜੇ ਮੋੜ ਨੇ ਜਿੱਥੇ ਆ ਕੇ ਤੁਸੀਂ ਵੀ ਮਹਿਸੂਸ ਕੀਤਾ ਵੀ ਯਾਰ ਆ ਤਾਂ ਇੰਤਹਾ ਹੋ ਗਈ? ਬਹੁਤ ਸਾਰੇ ਨੇ। ਇੱਕ ਤੁਹਾਡਾ ਸਵਾਲ ਬਹੁਤ ਖੂਬਸੂਰਤ ਹੈ ਜੀ, ਕਿਉਂਕਿ ਜਦ ਤੱਕ ਤੁਸੀਂ ਕੰਟੈਂਪਰੇਰੀ ਲਾਈਫ ਦੇ ਨਾਲ, ਕੋਰਿਲੇਟਿਵਿਟੀ ਦੇ ਨਾਲ ਕਿਸੇ ਕਰੈਕਟਰ, ਹਿਸਟੋਰੀਕਲ ਕਰੈਕਟਰ ਨੂੰ ਨਹੀਂ ਦੇਖੋਗੇ, ਉਹਦੀ ਐਕਚੁਅਲ ਇੰਪੋਰਟੈਂਸ, ਉਹਦੇ ਇੰਪ੍ਰੈਸ਼ਨ ਤੁਸੀਂ ਕਦੀ ਵੀ ਰੀਡ ਨਹੀਂ ਕਰ ਸਕਦੇ। ਸੋ ਜਦੋਂ ਮੈਂ ਮੌਜੂਦਾ ਦੌਰ ਦਾ, ਚਾਹੇ ਕਿ ਅਸੀਂ 1920 'ਚ ਰਹਿੰਦੇ ਹਾਂ, ਉਹ ਤੇ 1850 ਤੋਂ ਬਾਅਦ ਦੀਆਂ ਗੱਲਾਂ ਨੇ, 1890 ਤੋਂ ਪਹਿਲਾਂ ਦੀਆਂ ਗੱਲਾਂ ਨੇ, ਜਦਕਿ ਦੁਨੀਆ ਦੇ ਵਿੱਚ ਇਹ ਚੀਜ਼ਾਂ ਉਦੋਂ ਨਹੀਂ ਸੀ। ਹੁਣ ਤੇ ਰਫਤਾਰ ਬਹੁਤ ਜ਼ਿਆਦਾ ਤੇਜ਼ ਹੈ ਜ਼ਮਾਨੇ ਦੀ। ਉਦੋਂ ਤੇ ਉਹਨਾਂ ਨੂੰ ਇੱਕ ਤਾਰ ਪਹੁੰਚਣ ਦੇ ਲਈ ਇੱਥੋਂ ਤੱਕ 15 ਦੇ 20 ਦਿਨ ਲੱਗਦੇ ਸੀ, ਫਿਰ ਉਹਦਾ ਜਵਾਬ ਦੇਣਾ, ਫਿਰ ਉਸ ਤੇ ਕੋਈ ਐਕਸ਼ਨ ਹੋਣਾ, ਇਹ ਇੱਕ ਸੈਕੰਡਰੀ ਗੱਲ ਹੈ। ਪਰ ਜਿਸ ਚੀਜ਼ ਨੇ ਰਵੱਈਆ ਤੁਸੀਂ ਕਹਿੰਦੇ ਕਿ ਜ਼ਿੰਦਗੀ ਦਾ ਪ੍ਰੋਸਪੈਕਟ ਜਿਹੜਾ ਤੁਹਾਡਾ ਚੇਂਜ ਹੋ ਜਾਂਦਾ, ਉਹ ਇਸ ਕਰਕੇ ਹੁੰਦਾ ਕਿ ਯਾਰ ਜ਼ਿੰਦਗੀ ਦੇ ਵਿੱਚ ਕੁਛ ਵੀ ਸਥਾਈ ਨਹੀਂ ਹੈ। ਸਭ ਤੋਂ ਵੱਡੀ ਗੱਲ ਕਿ ਇੱਕ ਵਕਤ ਤੁਸੀਂ ਮਤਲਬ ਕਿ ਮੈਨੂੰ ਲੱਗਦਾ ਉਦੋਂ ਤਮਾਮ ਦੁਨੀਆ ਦੀਆਂ ਵੱਡਿਆਂ ਤਖਤਾਂ ਦੇ ਵਿੱਚ ਤਖਤੇ ਪੰਜਾਬ ਸੀਗਾ, ਜਿਨ੍ਹਾਂ ਦੀ ਮਤਲਬ ਕਿ ਦੇਰ ਤੱਕ ਜੇ ਤੁਸੀਂ ਨਕਸ਼ਾ ਦੇਖੋ ਪੁਰਾਣਾ ਸ਼ੇਰੇ ਪੰਜਾਬ ਦਾ, ਕਿੱਥੋਂ ਲੈ ਕੇ ਕਿੱਥੋਂ ਤੱਕ
ਉਹਨਾਂ ਦੀ ਸਲਤਨਤ ਸੀਗੀ। ਬਟ ਬਾਵਜੂਦ ਉਸ ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਉਹ ਜਦੋਂ ਤੁਸੀਂ ਨਿਹੱਥੇ ਹੋ ਜਾਂਦੇ ਹੋ, ਇਕੱਲੇ ਹੋ ਜਾਂਦੇ ਹੋ ਆਪਣੀ ਜ਼ਮੀਨ ਤੋਂ, ਜਿੱਦਾਂ ਮੈਂ ਕਿਹਾ ਕਿ ਅਸੀਂ ਮਿੱਟੀ, ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ, ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਸਾਰੀਆਂ ਚੀਜ਼ਾਂ ਦੀ ਇੰਪੋਰਟੈਂਸ ਤੁਹਾਡੀ ਵੈਲਥ ਨਾਲੋਂ ਵੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਆਸਪੈਕਟ ਮੈਨੂੰ ਕਦੀ ਵੀ ਸਮਹਾਉ ਮੈਟਰ ਨਹੀਂ ਕਰਦੇ। ਫੋਰਚੂਨੇਟਲੀ ਹੀ ਮੈਂ ਕਹਾਂਗਾ ਖੁਸ਼ਕਿਸਮਤੀ ਦੇ ਨਾਲ ਕਿ ਫਾਈਨੈਂਸ਼ੀਅਲ ਕੀ ਨੇ ਕੀ ਨਹੀਂ ਨੇ, ਤੁਸੀਂ ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ ਜੀਓ, ਜ਼ਿੰਦਗੀ ਦੀਆਂ ਸਾਹਾਂ ਨੂੰ ਇੱਕ ਬਰਕਤ ਦੀ ਤਰ੍ਹਾਂ ਮਹਿਸੂਸ ਕਰੋ, ਤਾਂ ਕਿ ਜਿਹੜੀਆਂ ਵੀ ਘੜੀਆਂ ਤੁਸੀਂ ਆਪਣੀ ਜ਼ਮੀਨ ਚੋਂ, ਆਪਣੇ ਵਿਰਸੇ ਚੋਂ, ਆਪਣੇ ਲੋਕਾਂ ਚੋਂ, ਇਹ ਇੱਕ ਬਹੁਤ ਵੱਡੀ ਤੁਹਾਡੇ ਲਈ ਇੱਕ ਖੁਸ਼ਕਿਸਮਤੀ ਵਾਲੀ ਗੱਲ ਹੈ। ਜਿਹੜੇ ਲੋਕ ਇਸ ਦੇ ਕਾਬਿਲ ਨਹੀਂ ਰਹੇ ਜਾਂ ਜਿਹੜੇ ਇਸ ਕਾਬਿਲ ਹੋਣ ਦੀ ਕੋਸ਼ਿਸ਼ ਕਰਦੇ ਰਹੇ ਪਰ ਹੋ ਨਹੀਂ ਸਕੇ, ਜਦੋਂ ਤੁਸੀਂ ਉਹਨਾਂ ਦੇ ਨਾਲ ਕੰਪੈਰੀਟਿਵ ਸਟੱਡੀਜ਼ ਆਪਣੀ ਲਾਈਫ ਦੇਖਦੇ ਹੋ, ਫਿਰ ਤੁਹਾਨੂੰ ਲੱਗਦਾ ਕਿ ਇਹ ਜ਼ਿੰਦਗੀ ਬਹੁਤ ਖੂਬਸੂਰਤ ਚੀਜ਼ ਹੈ। ਇਹਦੇ ਲਈ ਸ਼ੁਕਰਾਨਾ ਸਭ ਤੋਂ ਵੱਡੀ ਚੀਜ਼ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਬਾਕੀ ਚੀਜ਼ਾਂ ਦੀ ਮੰਗ ਹੋਣੀ ਚਾਹੀਦੀ ਹੈ। ਦਿਸ ਇਜ਼ ਵਾਟ ਆਈ ਬੇਸਿਕਲੀ ਗ੍ਰੈਬ ਫਰਮ ਦੈਟ। ਮੈਨੂੰ ਇੱਕ ਛੋਟਾ ਜਿਹਾ ਬ੍ਰੇਕ 1 ਮਿੰਟ ਦਾ ਲੈਣਾ ਪੈਣਾ ਸਟਾਰ ਜੀ, ਹੁਣੇ ਮੈਂ ਆਇਆ ਵਾਪਸ, ਹੁਣੇ ਪਲੀਜ਼ ਹੋਲਡ ਕਰਿਓ। ਜ਼ਿੰਦਗੀ ਦੀ ਕੋਈ ਵੀ ਘਟਨਾ ਹੈ ਉਸਨੂੰ ਜੇ ਜੀਵਿਆ ਜਾਵੇ ਉਹਦੇ ਵਿੱਚੋਂ ਬੜਾ ਰਸ ਮਿਲਦਾ, ਸੈਂਸ ਮਿਲਦੀ ਹੈ। ਡਾਕਟਰ ਸਤਿੰਦਰ ਸਰਤਾਜ ਮੇਰੇ ਨਾਲ ਨੇ, ਗੱਲਬਾਤ ਚੱਲ ਰਹੀ ਹੈ ਮਹਾਰਾਜਾ ਦਲੀਪ ਸਿੰਘ ਦੇ ਬਾਰੇ। ਡਾਕਟਰ ਸਾਹਿਬ, ਇੱਕ ਗੱਲ ਮੈਂ ਕਰਨੀ ਚਾਹੁੰਦਾ ਹੈ ਕਿ ਮਨੁੱਖੀ ਮਨ ਹੈ, ਮਨੁੱਖੀ ਮਨਾਂ ਦਾ ਸਮੂਹ, ਕੋਈ ਦੇਸ਼ ਹੈ, ਦੇਸ਼ ਦੀਆਂ ਸਰਕਾਰਾਂ ਨੇ, ਤੇ ਫਿਰ ਹਾਬੜ ਹੈ, ਆਹ ਵੀ ਮੇਰਾ, ਆਹ ਵੀ ਮੇਰਾ, ਆਹ ਵੀ ਮੇਰਾ। ਜਿੱਥੇ ਕਦੇ ਸੂਰਜ ਨਹੀਂ ਸੀ ਛਿਪਦਾ, ਉਹਨਾਂ ਹਾਕਮਾਂ ਨੇ ਸੁਲਾਹ ਕਰਕੇ ਵੀ ਪਹਿਲਾਂ ਯਾਰ ਸਤਲੁਜ ਟੱਪ ਲੈਣ ਦਿਓ, ਅਸੀਂ ਅਫਗਾਨਿਸਤਾਨ ਨੂੰ ਜਾਣਾ ਹੈ। ਸਰਦਾਰ ਨਲੂਏ ਵਰਗਿਆਂ ਨੇ ਕਿਹਾ ਨਾ ਲੰਘਣ ਦਿਓ, ਨਾ ਲੰਘਣ ਦਿਓ। ਲੰਘਣ ਦਿੱਤੇ ਵਿੱਚ ਦੀ ਕਹਿੰਦੇ ਪਹੀ ਜਦ ਪੈ ਜਾਂਦੀ ਹੈ ਤਾਂ ਪਹੀ ਜਦ ਪੈਂਦੀ ਹੈ ਤਾਂ ਪੱਕਾ ਹੀ ਰਾਹ ਲੋਕ ਕਰ ਲੈਂਦੇ ਨੇ। ਉਹ ਕਹਿੰਦੇ ਸਹੇ ਨੂੰ ਨਹੀਂ ਰੋਂਦੇ, ਪਹੇ ਨੂੰ ਰੋਂਦੇ ਆ। ਜਿਉਂ ਬੜੇ ਵਿੱਚ ਤੇ ਜਿਹੜੀ ਮਤਲਬ ਇਸ ਸ਼ੈਤਾਨੀਅਤ ਦੇ ਨਾਲ, ਬਰੂਟੈਲਿਟੀ ਦੇ ਨਾਲ ਇੱਕ ਭੋਰਾ ਪਰ ਜਵਾਕ ਨੂੰ ਜਿਹੜਾ ਉਜਾੜ ਕੇ ਤੇ ਉਹਦਾ ਧਰਮ ਬਦਲ ਕੇ ਇੱਕ ਪੂਰੀ ਸਲਤਨਤ ਨੂੰ ਆਪਸ ਵਿੱਚ ਲੜਾ ਕੇ ਸਰਦਾਰਾਂ ਨੂੰ ਖਤਮ ਕਰਕੇ ਜਿਹੜਾ ਕੁਝ ਹੋਇਆ, ਇਸ ਨੂੰ ਜਦ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚੋਂ ਢਾਲਿਆ, ਉਸ ਦੇਸ਼ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਉਸ ਸਮੇਂ ਫਿਲਮ ਉਹ ਬਣ ਰਹੀ ਸੀ, ਆਲੇ ਦੁਆਲੇ ਤੁਸੀਂ ਤੁਹਾਡੇ ਆਲੇ ਦੁਆਲੇ ਬਹੁਤ ਸਟਾਫ ਸੀ ਜਿਹੜਾ ਉੱਥੇ ਦਾ ਹੋਏਗਾ, ਹਾਲੀਵੁੱਡ ਦਾ ਹੋਏਗਾ, ਉਹ ਕਿਤੇ ਨਾ ਕਿਤੇ ਤੰਗੀ ਨਹੀਂ ਆਈ ਬਈ ਯਾਰ ਇਹ ਕੀ ਹੋ ਰਿਹਾ, ਇਹਨਾਂ ਨੇ ਕੀ ਕੀਤਾ? ਜਾਂ ਉਸ ਨੂੰ ਇੱਕ ਸਰਕਾਰ ਦੇ ਤੌਰ ਤੇ, ਇੱਕ ਰਾਜ ਦੇ ਤੌਰ ਤੇ, ਰਾਜ ਨੂੰ ਵਧਾਉਣ ਦੀ ਇੱਕ ਖਾਹਿਸ਼ ਦੇ ਤੌਰ ਤੇ ਲਿਆ? ਇਸ ਉਜਾੜੇ ਦੀ ਦਾਸਤਾਨ ਨੂੰ ਕਿਵੇਂ ਨਿੱਜੀ ਤੌਰ ਤੇ ਮਹਿਸੂਸ ਕੀਤਾ ਤੁਸੀਂ? ਨਹੀਂ, ਦੇਖੋ ਜਿਹੜੇ ਪੋਲੀਟੀਕਲ ਸਿਨੈਰੀਓ ਹੁੰਦੇ ਨੇ ਜੀ ਕਿਸੇ ਵੀ ਧਰਤੀ ਦੇ ਮੁਲਕ ਦੇ, ਹਨਾ, ਉਹ ਉਹਨਾਂ ਦੀ ਇੱਕ ਆਪਣੀ ਵੇਵ ਚੌਂਕ ਉਹ ਹੁੰਦੀਆਂ ਨੇ ਜੀ, ਅਪਰੋਚਿਸ, ਜਿਨ੍ਹਾਂ ਨੂੰ ਜਿੱਦਾਂ ਜੇ ਤੁਸੀਂ ਫਿਲਮ ਦੇਖੀ ਹੈ ਜਾਂ ਅਸੀਂ ਅੱਜ ਵੀ ਅਨਾਊਂਸ ਕੀਤਾ ਕਿ ਨੈਟਫਲਿਕਸ ਦੇ ਉੱਤੇ ਅਵੇਲੇਬਲ ਹੈਗੀ ਹੈ। ਜਿਹੜੇ ਲੋਕ ਪੰਜਾਬੀ ਦੇਖਣਾ ਚਾਹੁੰਦੇ ਖਾਸ ਤੌਰ ਤੇ ਨੈਟਫਲਿਕਸ ਤੇ ਹੈਗੀ, ਅਦਰਵਾਈਜ਼ ਇੰਗਲਿਸ਼ ਐਂਡ ਹਿੰਦੀ ਵਰਜ਼ਨ ਉਹਦਾ ਐਪਲ ਮੂਵੀਜ਼ ਤੇ ਹੈਗਾ। ਜੇ ਤੁਸੀਂ ਉਹਦੀ ਫਿਲਮ ਦਾ ਸਭ ਤੋਂ ਪਹਿਲਾ ਨਰੇਟਿਵ ਸੁਣੋ ਤੇ ਉਹਦੇ ਵਿੱਚ ਲਿਖਿਆ ਹੈ ਕਿ ਸ਼੍ਰੀਊਡ ਸਟੇਟਸਮੈਨ ਮਹਾਰਾਜਾ ਰਣਜੀਤ ਸਿੰਘ, ਜਿਹੜੀ ਉਹਨਾਂ ਦੀ ਪੋਲੀਟੀਕਲ ਜੀਨੀਅਸਨੈਸ ਸੀਗੀ ਦੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ, ਇਸੇ ਕਰਕੇ ਉਹਦੀ ਵੱਡੀ ਸਲਤਨਤ ਉਸਾਰ ਸਕੇ। ਬਟ ਆਫਟਰ ਹਿਮ, ਜਿੱਦਾਂ ਤੁਸੀਂ ਕਹੋ ਕਿ ਹਰ ਬੰਦੇ ਦੇ ਵਿੱਚ ਇੰਨੀ ਕਾਬਲੀਅਤ, ਕੁਵਤ, ਸ਼ਕਤੀ ਜਾਂ ਜੋ ਵੀ ਤੁਸੀਂ ਕਹੋ, ਉਹ ਨਹੀਂ ਹੁੰਦਾ। ਹਰ ਬੰਦਾ ਕਿਸੇ ਚੀਜ਼ ਨੂੰ ਇੰਨੀ ਦੂਰਅੰਦੇਸ਼ੀ ਨਾਲ ਨਹੀਂ ਦੇਖ ਪਾਉਂਦਾ ਹੁੰਦਾ, ਜਿੰਨੀਆਂ ਕਿ ਕੋਈ ਇਹੋ ਜਿਹੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਸਾਰੇ ਪਾਸੋਂ ਪੋਲੀਟੀਕਲੀ ਜੀਨੀਅਸ ਹੋਣਗੇ, ਰਿਲੀਜੀਅਸਲੀ ਜੀਨੀਅਸ ਹੋਣਗੇ, ਐਜ਼ ਅ ਹਿਊਮੈਨਿਟੇਰੀਅਨ ਗਰਾਊਂਡ ਤੇ ਵੀ ਤੁਸੀਂ ਦੇਖੋ ਕਿ ਉਹਨਾਂ ਦੀ ਉਹਦੇ ਦਰਬਾਰ ਦੇ ਵਿੱਚ ਹਰ ਮਜ਼ਹਬ ਦੇ ਲੋਕ ਸੀਗੇ। ਤੁਸੀਂ ਦੇਖੋ ਫਰੈਂਚ, ਮੈਨੂੰ ਇਤਫਾਕ ਦੀ ਗੱਲ ਹੈ ਕਿ ਉਹਨੇ ਇੱਕ ਹਿੰਦੂਜਾ ਫੈਮਿਲੀ ਹੈ, ਸ਼ਾਇਦ ਤੁਸੀਂ ਜਾਣਦੇ ਹੋਣਗੇ, ਸਾਡੇ ਮਤਲਬ ਕਹਿ ਲਓ ਕਿ ਦੁਨੀਆ ਦੇ ਵਿੱਚ ਉਹ ਜਿੱਦਾਂ ਅੰਬਾਨੀਜ਼ ਨੇ ਏਦਾਂ ਹੀ ਹਿੰਦੂਜਾਜ਼ ਨੇ, ਤੇ ਉਹਨਾਂ ਦਾ ਬੇਸ ਵੈਸੇ ਇਰਾਨ ਹੈ, ਪਰ ਹੁਣ ਬ੍ਰਿਟਨ ਦੀ ਮੇਰੇ ਖਿਆਲ ਦਾ ਮੋਸਟ ਵੈਲਦੀਐਸਟ ਫੈਮਿਲੀ ਹੈ ਜੀ, ਇੰਡੀਅਨ ਵੈਲਦੀਐਸਟ ਫੈਮਿਲੀ ਇਨ ਬ੍ਰਿਟਨ। ਮਿਸਟਰ ਪ੍ਰਕਾਸ਼ ਹਿੰਦੂਜਾ ਨੇ ਮੇਰੇ ਦੋਸਤਾਂ ਵਾਂਗੂ ਨੇ, ਹਾਲਾਂਕਿ ਬਹੁਤ ਮੇਰੇ ਤੋਂ ਵੱਡੇ ਨੇ ਉਹ, ਮੈਨੂੰ ਮੇਰੇ ਤੋਂ ਟੇਮ ਫਿਲਮ ਫੈਸਟੀਵਲ ਚ ਜਦੋਂ ਅਸੀਂ ਬਲੈਕ ਪਿੰਕ ਲੈ ਕੇ ਗਏ ਤੇ ਉੱਥੇ ਉਹਨਾਂ ਦਾ ਮਿਲਾ ਸੀ, ਉਹਨਾਂ ਨੇ ਸਾਨੂੰ ਡਿਨਰ ਤੇ ਬੁਲਾਇਆ, ਉੱਥੋਂ ਚਲੋ ਵਾਕਫੀਅਤ ਹੋ ਗਈ, ਦੋਸਤੀ ਹੋ ਗਈ। ਔਰ ਉਹਨਾਂ ਨੇ
3 ਦਿਨ ਪਹਿਲਾਂ ਮੇਰੇ ਨਾਲ ਗੱਲ ਕੀਤੀ ਕਿ ਇੱਥੋਂ ਫ੍ਰੈਂਚ ਕੋਈ ਲੋਕ ਨੇ, ਟ੍ਰੇਨ ਤੋਂ ਮੈਨੂੰ ਲੱਗਦਾ 90 ਕਿਲੋਮੀਟਰ ਤੇ ਇੱਕ ਥਾਂ ਆ ਜਿੱਥੋਂ ਦੇ ਫ੍ਰੈਂਚ ਜਨਰਲ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ 'ਚ ਹੁੰਦੇ ਸੀਗੇ। ਵਾਹ। ਤੇ ਉਹ ਉਸ ਚੀਜ਼ ਦੇ ਉੱਤੇ ਵੀ ਥੋੜਾ ਜਿਹਾ ਕੁਛ ਬਣਾਉਣਾ ਚਾਹੁੰਦੇ ਆ, ਸਾਨੂੰ ਤੁਸੀਂ ਉਹਨੂੰ ਫਿਲਮ ਕਹਿ ਲਓ, ਡਾਕੂਮੈਂਟਰੀ ਕਹਿ ਲਓ, ਸੀਰੀਜ਼ ਕਹਿ ਲਓ, ਸਾਨੂੰ ਇਸ ਕਰਕੇ ਮੇਰੇ ਨਾਲ ਕੰਟੈਕਟ ਕਰ ਰਹੇ ਸੀਗੇ ਐਨੀ ਹੋ। ਚਲੋ ਮੈਂ ਇਹ ਦੱਸਣਾ ਚਾਹਣਾ ਕਿ ਇਹੋ ਜਿਹੀਆਂ ਵੱਡੀਆਂ ਚੀਜ਼ਾਂ ਕਿਸੇ ਇੱਕ ਸ਼ਖਸੀਅਤ ਦੇ ਹਿੱਸੇ ਆ ਜਾਂਦੀਆਂ ਨੇ, ਫਿਰ ਜਦੋਂ ਉਹ ਟੀਲਾ ਟੀਲਾ ਕਰਕੇ ਬਿਖਰਨਾ ਸ਼ੁਰੂ ਹੁੰਦਾ, ਲੋਕਾਂ ਦੇ ਹੱਥਾਂ ਦੇ ਵਿੱਚੋਂ ਚੀਜ਼ਾਂ ਸਲਿਪ ਹੁੰਦੀਆਂ ਨੇ, ਜਿਵੇਂ ਕਿ ਮਹਾਰਾਣੀ ਜਿੰਦ ਕੌਰ ਨੇ ਜਿੰਨੀ ਵੀ ਜਦੋਜਹਿਦ ਕੀਤੀ ਹਨਾ, ਬੀਇੰਗ ਅ ਵੂਮਨ ਜਾਂ ਬੀਇੰਗ ਮਹਾਰਾਜਾ ਰਣਜੀਤ ਸਿੰਘ ਦੀ ਵਾਈਫ ਹੋਣ ਦੇ ਨਾਤੇ ਜਿੰਨਾ ਵੀ ਕੁਛ ਉਹਨਾਂ ਨੇ ਰਾਜਪਾਲ ਸਿੱਖਿਆ ਸੀ, ਉਹਨਾਂ ਨੇ ਉਸਦੀ ਕੋਸ਼ਿਸ਼ਾਂ ਕੀਤੀਆਂ ਨੇ, ਪਰ somehow circumstances ਸਾਨੂੰ ਅਲਾਓ ਨਹੀਂ ਕਰਦੇ, ਸਾਨੂੰ ਤੁਹਾਡੇ ਹੱਥਾਂ ਦੀ ਚੀਜ਼ਾਂ ਜਦੋਂ ਗਿਰਦੀਆਂ ਨੇ ਤੇ ਤੁਹਾਡੇ ਸਮਝ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਮਹਾਰਾਜਾ ਦਲੀਪ ਸਿੰਘ ਹੋਣੀ ਕਦੀ ਜ਼ਿੰਦਗੀ ਸੋਚਿਆ ਨਹੀਂ ਹੋਣਾ ਕਿ ਉਹ ਇਸ ਤੱਕ ਤੋਂ ਬੈਠ ਕੇ ਲਾਰਡ ਡਲਹੌਜ਼ੀ ਨੂੰ ਆਪ ਆਪਣੇ ਕੇਸ ਦੇਣਗੇ, ਕ੍ਰਿਸਚੈਨਿਟੀ ਨੂੰ ਕਹਿਣਗੇ ਕਿ ਇਹ ਸਭ ਤੋਂ ਪੁਖਤਾ ਧਰਮ ਹੈ, ਕਿਉਂਕਿ ਉਹਨਾਂ ਨੇ ਬੱਚੇ ਨੂੰ ਜੋ ਤੁਸੀਂ ਸਿਖਾਓਗੇ ਉਹੀ ਕਹੇਗਾ। ਬਟ ਆਪਣੀ ਅਡਲਟ ਏਜ ਤੋਂ ਬਾਅਦ ਜਦੋਂ ਉਹਨਾਂ ਨੂੰ ਹੌਲੀ ਹੌਲੀ ਜਦੋਂ ਸਾਧੂ ਸਿੰਘ ਸੰਧਾਵਾਲੀਆ ਸਾਹਿਬ ਦਾ ਨਾਮ ਲਿਆ, ਉਹਨਾਂ ਨੇ ਆ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਲਵਰਨ ਨੂੰ ਕ੍ਰੀਏਟ ਕੀਤਾ ਤੇ ਤਕਰੀਬਨ ਕਿੰਨੇ ਮਹੀਨੇ ਦੁਬਾਰਾ ਉੱਥੇ ਗੁਰਬਾਣੀ ਚੱਲਣੀ, ਹੁਕਮਨਾਮਾ ਸਾਹਿਬ ਚੱਲਣੇ, ਸ਼ਬਦ ਹੋਣੇ, ਸਾਰਾ ਕੁਛ ਹੋਣਾ, ਉਹਨਾਂ ਨੂੰ ਕਨੈਕਟੀਵਿਟੀ ਦੁਆਰਾ ਸਟਰੋਂਗਲੀ ਮਹਿਸੂਸ ਹੋਣੀ ਸ਼ੁਰੂ ਹੋਈ। ਉਸ ਤੋਂ ਬਾਅਦ ਹੀ ਉਹਨਾਂ ਨੇ ਜਦੋਜਹਿਦ ਸਿੱਧੀ ਜਿੱਥੋਂ ਕੁਈਨ ਵਿਕਟੋਰੀਆ ਦਾ ਲਾਡਲਾ ਹੋਵੇਗਾ ਰਹਿੰਦਾ ਹੋਵੇ, ਕੁਈਨ ਵਿਕਟੋਰੀਆ ਜਿਹੜੀ ਕਿ ਦੀ ਅੱਜ ਤੱਕ ਵੀ ਮੈਨੂੰ ਲੱਗਦਾ ਸਟਰੋਂਗੈਸਟ ਵੂਮਨ ਔਰ ਲੱਗਦਾ ਉਹਨੂੰ ਤੁਸੀਂ ਕੰਸੀਡਰ ਕਰ ਸਕਦੇ ਹੋ, ਜਿਨ੍ਹਾਂ ਨੇ ਏਡੀ ਵੱਡੀ ਸਲਤਨਤ ਚੱਲਦੀ ਔਰ ਉਹਨਾਂ ਨੂੰ ਲਾਡ ਨਾਲ ਕਹਿੰਦੇ ਹੋਣੇ ਪ੍ਰਿੰਟਿੰਗ ਲਾਉਂਦੇ, ਉਹਨਾਂ ਨੂੰ ਚਾਹ ਬਣਾ ਕੇ ਦਿੰਦੇ, ਉਹਨਾਂ ਦਾ ਰਿਬੈਲੀਅਨ ਨੇਚਰ ਦੇ ਨਾਲ ਪੇਸ਼ ਆਉਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ। ਤੁਸੀਂ ਆਪ ਮਹਿਸੂਸ ਕਰਦੀ ਜੀ, ਤੁਸੀਂ ਮਹਿਸੂਸ ਕਰੋ ਕਿ ਚੱਲ ਕਰੋ ਤੁਸੀਂ ਅੱਜ ਜਿਹੜੀ ਸੈਕੰਡ ਹੈ ਉਹਦੇ ਨਾਲ ਤੁਸੀਂ ਵਤਨ ਪੈਲੇਸ ਰਹਿੰਦੇ ਹੋ, ਤੁਹਾਨੂੰ ਲਾਡ ਨਾਲ ਬੇਟਾ ਬੇਟਾ ਕਹਿੰਦੀ ਹੋਵੇ, ਤੁਸੀਂ ਸਾਨੂੰ ਇੱਕ ਦਿਨ ਕਹੋ ਕਿ ਨਾ ਇੱਕ ਬਹੁਤ ਵੱਡਾ ਜਿਗਰਾ ਚਾਹੀਦਾ, ਕਿਉਂਕਿ ਬੀਇੰਗ ਹਿਊਮਨ ਸੋਚੇ ਹਨਾ। ਸਿਰਫ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਉਸ ਬਾਰੀਕੀ ਦੇ ਨਾਲ ਫੜਨਾ, ਕਿਉਂਕਿ ਵਿਕਟੋਰੀਆ ਨਾਲ ਉਹਦਾ ਕੋਈ ਸਿੱਧਾ ਡਾਇਰੈਕਟ ਦੁਸ਼ਮਣੀ ਤੇ ਹੈ ਨਹੀਂ, ਉਹ ਤੇ ਉਹਨੂੰ ਬਹੁਤ ਲਾਡ ਪਿਆਰ ਨਾਲ ਰੱਖਦੀ ਹੈ, ਤੇ ਉਹਨੂੰ ਇਹ ਨਹੀਂ ਪਤਾ ਕਿ ਇਹਦੀਆਂ ਪਿੱਛੇ ਜਿਹੜੀਆਂ ਨੇਚਰਸ ਨੇ ਜਾਂ ਇਹਨੂੰ ਚੀਜ਼ਾਂ ਰੀਕਾਲ ਹੁੰਦੀਆਂ ਨੇ, ਤਾਂ ਹੀ ਉਹ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ, ਕੋਈ ਸੋਗੀ ਸੁਰਖ ਸੁਨੇਹੇ ਮਿਲੇ ਹਵਾਵਾਂ ਤੋਂ, ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ, ਫਿਰ ਮੱਠਾ ਪੈ ਦੀ ਦਰਦ ਕਿਸੇ ਬਿਮਾਰ ਦਾ, ਹੁਣ ਨੈਣਾ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ, ਉਸ ਮੁਲਕ ਦੇ ਵੱਲੋਂ ਪੂਰੇ ਇਲਾਹੀ ਵਗਦੇ ਨੇ, ਹੁਣ ਕਬਜ਼ਾ ਮੇਰੇ ਉੱਤੇ ਅਸਲ ਹੱਕਦਾਰ ਦਾ, ਮੇਰੀ ਰੂਹ ਨੇ ਸੁਣ ਲਿਆ ਹੁਕਮ ਮੇਰੀ ਸਰਕਾਰ ਦਾ, ਸਰਕਾਰ ਮਤਲਬ ਸ਼ੇਰ ਪੰਜਾਬ ਨਾਲ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਹੋਲਸਮ ਇੱਕ ਡਾਇਰੈਕਟ ਰੇਟਿੰਗ ਵਿੱਚ ਕਦੇ ਨਹੀਂ ਰਹਿ ਸਕਦੇ, ਉਹਨੂੰ ਹਿਊਮਨ ਗਰਾਊਂਡ ਤੇ ਤੁਹਾਨੂੰ ਰੱਖਣਾ ਪਏਗਾ। ਉਹਦਾ ਵਿਆਹ ਕਿਸੇ ਜਰਮਨ ਨਾਲ ਹੁੰਦਾ, ਉਹਨਾਂ ਦੇ ਬੱਚੇ ਆ ਜਿਹੜੇ ਆਪਣੇ ਆਪ ਨੂੰ ਕ੍ਰਿਸਚੀਅਨ ਸਮਝ ਰਹੇ ਆ, ਤੁਸੀਂ ਉਹਨਾਂ ਨੂੰ ਵੀ ਸਮਝਾਉਣਾ ਕਿ ਨਹੀਂ ਵੀ ਆਰ ਨਾਟ ਕ੍ਰਿਸਚੀਅਨ। ਤੇ ਇਹ ਜਿਹੜਾ ਡਾਇਲੇਮਾ ਆਫ ਮਹਾਰਾਜਾ ਦਲੀਪ ਸਿੰਘ ਸੀਗਾ ਨਾ ਜੀ, ਉਹਨੂੰ ਪੋਰਟਰੇ ਕਰਨਾ ਔਨ ਸਕਰੀਨ ਔਰ ਸਾਰੀਆਂ ਚੀਜ਼ਾਂ ਨੂੰ ਤੁਹਾਡੀਆਂ ਅੱਖਾਂ ਦੀ ਬਿਆਨੀ ਹੋਵੇ। ਸ਼ਬਾਨਾ ਜੀ ਨੇ ਮੈਨੂੰ ਬਹੁਤ ਖੂਬਸੂਰਤ ਕੰਪਲੀਮੈਂਟ ਦਿੱਤਾ ਸੀ ਕਿ ਅੱਛਾ ਤੁਹਾਡੀਆਂ ਅੱਖਾਂ ਬੋਲਦੀਆਂ ਨੇ, ਉਹਦੇ ਤੁਸੀਂ ਵਾਦੀ ਉਹਨੇ ਸਿਨੇਮਾਟੋਗ੍ਰਾਫਰ ਆਪਣੇ ਪੋਲੀਟੀਕਲ ਵੱਡੀ ਕੱਢ ਕੇ ਕਿਹਾ ਕਿ ਤੁਸੀਂ ਕਲੋਜ਼ ਅਪ ਲਾਓ, ਜੋ ਕਹਿਣਾ ਚਾਹੁੰਦੇ ਆ ਜ਼ੁਬਾਨੋਂ ਤਾਂ ਕਹਿੰਦੀ ਆ, ਅੱਖਾਂ ਤੋਂ ਵੀ ਕਿਹਾ ਜਾ ਰਿਹਾ, ਸੋ ਨਾ ਯੂ ਹੈਵ ਟੂ ਕੈਪਚਰ ਦਿਸ ਮੂਵਮੈਂਟ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਕਿਹਾ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨੂੰ ਤੁਸੀਂ ਇੱਕ ਥਰੋ ਦੇ ਵਿੱਚ ਕਦੇ ਨਹੀਂ ਕਹਿ ਸਕਦੇ ਕਿ ਯਾਰ ਇਹ ਮਾੜਾ ਹੋਇਆ, ਇਹ ਚੰਗਾ ਹੋਇਆ, ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ। ਸਾਨੂੰ ਹੋਰ ਸਮਝੀ ਉਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪਏਗਾ। ਬਾਵਜੂਦ ਉਹਨਾਂ ਦੀ ਜਿਹੜੀ ਜਦੋਜਹਿਦ ਹੈ, ਇਸ ਦੇ ਬਾਵਜੂਦ ਜੇਕਰ ਉਹ ਐਡਨ ਆ ਕੇ ਗ੍ਰਿਫਤਾਰ ਹੁੰਦੇ ਆ, ਕਦੀ ਬ੍ਰਿਟਨ ਨਹੀਂ ਜਾਂਦੇ, ਪੈਰਿਸ ਹੁੰਦੇ ਆ, ਮਤਲਬ ਸਾਰੀਆਂ ਚੀਜ਼ਾਂ ਇਹ ਕਦੀ ਬ੍ਰਿਟਨ ਨਹੀਂ ਜਾਂਦੇ, ਪੈਰਿਸ ਹੁੰਦੇ ਆ, ਮਤਲਬ ਸਾਰੀਆਂ ਚੀਜ਼ਾਂ ਇਹ ਜਦੋਂ ਤੁਸੀਂ ਫਿਲਮ ਦੇਖਦੇ ਆ ਜੀ, ਹਾਲਾਂਕਿ 130 ਫਿਲਮ ਆ, ਮੈਂ ਅੱਜ ਵੀ ਤਜਵੀਜ਼ ਤੁਹਾਨੂੰ ਜ਼ਰੂਰ ਕਰੂੰਗਾ ਕਿ ਜੇ ਹੋ ਸਕਦਾ ਤੁਹਾਡੇ ਕੋਲ ਕਦੀ ਵਕਤ ਹੋਵੇ ਚੱਲਿਆ, ਖਾਸ ਤੌਰ ਤੇ ਕਮੇਡੀਅਨ ਪੰਜਾਬੀ ਜਿਹੜੇ ਸਾਨੂੰ ਸੁਣ ਰਹੇ ਨੇ, ਉਹ ਜ਼ਰੂਰ ਦੇਖਿਓ। ਤੁਹਾਨੂੰ ਇੱਕ ਨਵਾਂ ਨੈਰੇਟਿਵ ਪਤਾ ਲੱਗੇਗਾ, ਉਹਦਾ ਇੱਕ ਨਵੀਂ ਸਾਂਝ ਤੁਹਾਡੀ ਬਣੇਗੀ ਉਸ ਸ਼ਖਸੀਅਤ ਦੇ ਨਾਲ ਜਿਹਨੂੰ ਤੁਸੀਂ ਅੱਜ ਤੱਕ ਤਕਰੀਬਨ ਅਣਗੌਲਿਆ ਕੀਤਾ। ਬਿਲਕੁਲ 12 ਵਾਲੀਆਂ ਸੂਈਆਂ 6 ਤੇ ਆਉਂਦੀਆਂ ਨੇ, ਸਾਨੂੰ ਨਹੀਂ ਪਤਾ ਹੈ ਇਸ ਕੁਦਰਤ ਦੇ ਮਾਲਕ ਨੇ ਕੀ ਕਰਨਾ।
ਔਜ਼ਾਰ ਤੁਹਾਡੇ ਗੀਤ ਦੇ ਵਿੱਚ ਤੁਹਾਨੂੰ ਇਹ ਤੁਸੀਂ ਦੱਸ ਦਿੱਤਾ ਵੀ ਭਾਈ ਇਹ ਕਹਾਣੀਆਂ ਨਹੀਂ ਹੈ ਜਿਹੜੀਆਂ ਤੁਸੀਂ ਸੁਣਦੇ ਹੋ, ਇਹ ਨਹੀਂ ਹੈ, ਕੁਝ ਹੋਰ ਵੀ ਹੈ ਜਿਹੜਾ ਬ੍ਰਹਿਮੰਡਾਂ ਦਾ ਮਾਲਕ ਹੈ। ਜਦ ਤੁਸੀਂ ਆਪਣੀ ਗਲੈਕਸੀ ਨੂੰ ਵੇਖਦੇ ਹੋ, ਕਦੇ ਨੇੜੇ ਹੋ ਕੇ ਵੇਖਦੇ ਹੋ, ਉਹ ਬਿਲੀਅਨਸ ਸਟਾਰ ਦੇ ਵਿੱਚ ਇੱਕ ਭੋਰਾ ਘਾ ਤੁਹਾਡਾ। ਇਹ ਕਹਿੰਦੇ ਇਹ ਕੀ ਹੈ, ਕਹਿੰਦੇ ਸਟਾਰ ਜਿਹੜਾ ਨਾ ਇਹ ਚਟਾਕ ਹੈ, ਇਹ ਧਰਤੀ ਹੈ ਜਿਹਦੇ 'ਚ 6.5 ਬਿਲੀਅਨ ਦੇ ਵਿੱਚੋਂ ਤੁਸੀਂ ਤੁਰੇ ਫਿਰਦੇ ਹੋ। ਉਹ ਜਿਹੜੀ ਕੁਦਰਤ ਹੈ ਇਹਨੂੰ ਜਿਵੇਂ 2009 ਦੇ ਵਿੱਚ ਸਾਨੂੰ ਕੁਛ ਨਹੀਂ ਸੀ ਪਤਾ ਵੀ ਇਹ ਸਰਪੇਚ ਵਾਲਾ ਭਾਈ ਇਹ ਸਾਈਂ ਗਾਉਣ ਵਾਲਾ ਇਹ ਕੌਣ ਆ ਗਿਆ ਬਈ, ਮੁੜ ਕੇ ਤੁਸੀਂ ਵਿੱਚ ਜੀਵੇ ਹੋ, ਇਸ ਸ਼ਹਿਰ ਦੇ ਵਿੱਚ ਜੀਵੇ ਹੋ, ਲੋਕਾਂ ਨੇ ਤੁਹਾਨੂੰ ਪਿਆਰ ਕੀਤਾ। ਜਦ ਆ ਤੁਸੀਂ ਪ੍ਰੋਜੈਕਟ ਕੀਤਾ ਤੁਹਾਡਾ ਨਾ ਸਤਿਕਾਰ ਇੰਨਾ ਕੁ ਵੱਧ ਗਿਆ ਕਮਿਊਨਿਟੀ ਦੇ ਵਿੱਚ, ਕਿਉਂਕਿ ਇੱਕ ਇਹ ਇਤਿਹਾਸਕ ਦਸਤਾਵੇਜ਼ ਹੈ। ਸਤਿੰਦਰ ਸਰਤਾਜ ਨੂੰ ਫਿਲਮਾਂ ਬਣਾਉਣੀਆਂ ਚਾਹੀਦੀਆਂ ਜਾਂ ਨਹੀਂ ਬਣਾਉਣੀਆਂ ਚਾਹੀਦੀਆਂ ਇੱਕ ਵਿਸ਼ਾ ਨਹੀਂ ਹੈ, ਪਰ ਅਜਿਹੀ ਫਿਲਮ ਦੇ ਵਿੱਚ ਕੰਮ ਕਰਨਾ ਹੈ ਉਹ ਬਹੁਤ ਵੱਡੀ ਗੱਲ ਹੈ। ਕੁਦਰਤ ਦੇ ਮੇਰੇ ਖਿਆਲ ਜੇ ਕੋਈ ਜੰਗਜੂ ਸੁਭਾਅ ਦਾ ਚੜ੍ਹਦੀ ਕਲਾ ਵਾਲਾ ਭਗਤੀ ਤੇ ਸ਼ਕਤੀ ਦਾ ਕੋਈ ਮੁਜੱਸਮਾ ਤੁਹਾਡੇ ਸਾਹਮਣੇ ਬੋਲ ਰਿਹਾ, ਉਹਦੇ ਸਾਹਮਣੇ 100 ਬੰਦੇ ਬੈਠੇ ਆ, ਉਹਨੇ ਚੋਂ ਕਿਸੇ ਨੇ ਤਾਂ ਉਹਦਾ ਸ਼ਕਤੀ ਵਾਲਾ ਲੈ ਜਾਣਾ। ਕਈਆਂ ਨੇ ਕਹਿਣਾ ਨਾ ਯਾਰ ਭਗਤੀ ਪਹਿਲਾਂ ਸੀ ਤਾਂ ਸ਼ਕਤੀ ਸੀ। ਸੋ ਇਹਨੂੰ ਕੁਦਰਤ ਦੇ ਇੱਕ ਵਹਿਣ ਦੇ ਵਿੱਚ ਜੇ ਅੱਜ ਉਹਨਾਂ ਦੀਆਂ ਕਲੋਨੀਆਂ ਵਸਾਈਆਂ ਹੋਈਆਂ ਪਿਓਰਸਟ ਕਲੋਨੀ ਦੇ ਵਿੱਚ ਅਸੀਂ ਆ ਕੇ ਬੈਠੇ ਹਾਂ, ਜੇ ਤਾਂ ਇਹਨਾਂ ਦੀ ਬਰਬਾਦੀ ਦੀ ਦਾਸਤਾਨ ਸਰਕਾਰੇ ਖਾਲਸਾ ਦੀ, ਤਾਂ ਮਨ ਨੂੰ ਦੁੱਖ ਆਉਂਦਾ ਵੀ ਯਾਰ ਜ਼ੁਲਮ ਇਹਨਾਂ ਨੇ ਕਿੰਨਾ ਕੀਤਾ। ਪਰ ਰਾਜ ਵਧਾਉਣ ਦੀ ਲਲਕ ਦੇ ਵਿੱਚ ਉਹਨਾਂ ਨੇ ਦੁਨੀਆ ਤੇ ਸੌਰੀ ਮੈਂ ਕਰਦਾ ਜੀ ਕਿ ਗਲੋਬ ਦੀ ਗੱਲ ਕੀਤੀ। ਅੱਜ ਤੁਸੀਂ ਜੇ ਸਟੇਟ ਚੋਂ ਪ੍ਰੋਵਿੰਸ ਤੋਂ ਵਟਐਵਰ ਤੇ ਉਹਦਾ ਨਾਮ ਵੀ ਦੇਖੋ ਬ੍ਰਿਟਿਸ਼ ਕੋਲੰਬੀਆ ਜੀ ਪੈ ਗਿਆ ਹੋਇਆ ਹਨਾ। ਸੋ ਕਿੱਥੋਂ ਤੱਕ ਉਹਨਾਂ ਨੇ ਮਾਰਾਂ ਕੀਤੀਆਂ ਨੇ। ਪਰ ਜਿੱਦਾਂ ਤੁਸੀਂ ਕਿਹਾ ਉਹ ਔਜ਼ਾਰ ਦਾ ਜ਼ਿਕਰ ਛੇੜਤਾ ਤੇ ਮੈਨੂੰ ਇਤਫਾਕਨ ਯਾਦ ਆ ਗਿਆ ਕਿ ਬਣ ਗਏ ਰਾਜੇ ਮਹਾਰਾਜੇ, ਬਣ ਗਏ ਨਵਾਬ ਕਈ, ਬਣ ਗਏ ਕੋਈ ਸ਼ਖਸ ਸ਼ਹਿਨਸ਼ਾਹ, ਬਣ ਗਏ ਨੇ ਸਾਧ ਕਈ, ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣੀ। ਇਹਨਾਂ ਤੋਂ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਤੇਰੇ ਦੇ ਗੀਤ ਕਿਸੇ ਨੂੰ ਦਿੰਦੇ ਕੋਈ ਆਸ ਨਹੀਂ, ਜੇਕਰ ਨਹੀਂ ਦਰਦ ਕਿਸੇ ਦਾ, ਜੇਕਰ ਅਹਿਸਾਸ ਨਹੀਂ, ਸਮਝੇ ਸਰਤਾਜ ਨਾਮ ਦਾ ਹਾਲੇ ਹੱਕਦਾਰ ਨਹੀਂ ਬਣਿਆ। ਇਹਨਾਂ ਤੋਂ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬਿਲਕੁਲ। ਸੋ ਇਸ ਕੁਦਰਤ ਦੇ ਨਾਲ ਹੀ ਇਸ ਦੀ ਅੱਜ ਦੀ ਗੱਲ ਆਪਾਂ ਸਮੇਟੀਏ। ਅੱਜ ਦੇ ਦਿਨ ਦੇ ਵਿੱਚ ਜਿਹੜਾ ਤੁਸੀਂ ਆਲਰੇਡੀ ਕਹਿ ਚੁੱਕੇ ਹੋ ਕਿ ਕਿਸੇ ਨੂੰ ਜਦ ਤੁਸੀਂ ਮੁਲਾਂਕਣ ਕੀ ਕਰਨਾ ਹੈ, ਅਸੀਂ ਉਸ ਸਰਕਾਰ ਦੇ ਸਾਡੇ ਪੜਦਾਦੇ ਹਿੱਸੇ ਉਹਨਾਂ ਦੀ ਸਲਤਨਤ ਦੇ ਵਿੱਚ ਰਹਿੰਦੇ ਸੀ ਲੋਕ ਕਿ ਸਾਡਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ, ਜਦ ਕਿਤੇ ਉਹ ਰੋਪੜ ਹੈੱਡ ਤੇ ਜਾਈਦਾ ਵੇਖੀਦਾ ਇੱਥੇ ਸਾਡਾ ਰਾਜਾ ਹਾਥੀ ਤੇ ਚੜਿਆ ਹੋਇਆ ਸੀ, ਉਹ ਕਹਿੰਦਾ ਹਾਥੀ ਬਰਾਬਰ ਲਾ ਤੇ ਫਿਰ ਕਰਦੇ ਆ ਗੱਲ ਤੇਰੇ ਨਾਲ, ਲੰਘ ਜਾਣ ਦੀ ਹੈ ਵਿੱਚ ਦੀ। ਤੇ ਅਖੀਰ ਦੇ ਵਿੱਚ ਸਮਾਂ ਜੇ ਇਸ ਨੂੰ ਕਰਨਾ ਹੋਵੇ, ਨਹੀਂ ਤਾਂ ਸਮਾਂ ਤਾਂ ਆਪਾਂ ਨੂੰ ਬਹੁਤ ਚਾਹੀਦਾ। ਗੱਲਾਂ ਜਿਸ ਦਿਨ ਆਏ ਸਟੂਡੀਓ ਦੇ ਵਿੱਚ ਦੁਬਾਰਾ, ਹੁਣ ਤੁਸੀਂ ਪਹਿਲਾਂ ਘਰ 'ਚ ਬੈਠ ਕੇ ਗੱਲਾਂ ਕਰਕੇ ਗਏ ਸੀ ਤੇ ਹੁਣ ਸਟੂਡੀਓ 'ਚ ਦੁਬਾਰਾ ਬੈਠ ਕੇ ਗੱਲਾਂ ਕਰਾਂਗੇ। ਅਖੀਰ 'ਚ ਇਸ ਦਿਨ ਤੇ ਕੀ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਹੋ? ਮੇਰੀ ਵੈਸੇ ਤਾਂ ਅੱਛੀ ਤੋਂ ਚੀਜ਼ਾਂ ਜੋ ਕਿ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਜੇ ਤੁਸੀਂ ਬਹੁਤ ਕੁਝ ਰਹਿੰਦੇ ਹੋ, ਔਰ ਖਾਸ ਤੌਰ ਤੇ ਦੇਸੀ ਕਹਿੰਦੇ ਹੁੰਦੇ ਆ ਪੈਰਾਡਾਈਜ਼ ਔਨ ਅਰਥ ਹੀ ਹੈ ਸਾਡੇ ਲਈ। ਜੇਕਰ ਤੁਸੀਂ ਸਰਦਾਰ ਦੀ ਗੱਲ ਕਰੀਏ, ਸਵਰਗ ਦੀ ਗੱਲ ਕਰੀਏ, ਕਿ ਤੁਸੀਂ ਰਹਿੰਦੇ ਹੋ ਬਹੁਤ ਖੁਸ਼ਕਿਸਮਤ ਹੋ। ਔਰ ਤੁਹਾਡੀ ਜਿਹੜੀ ਸਾਂਝ ਹੈ ਸਾਰਿਆਂ ਦੀ ਤਵਾਰੀਖ ਦੇ ਨਾਲ, ਜਿੱਦਾਂ ਮੈਂ ਹੁਣ ਵੀ ਕਹਿ ਸਕਿਆ, ਆਪਣੇ ਪਿੰਡਾਂ ਕਹੀਆਂ ਬੰਨਿਆਂ, ਆਪਣੇ ਖੇਤਾਂ ਨਾਲ, ਪੁਰਾਣਿਆਂ ਘਰਾਂ ਦਰਵਾਜ਼ਿਆਂ ਨਾਲ ਅੱਜ ਵੀ ਉਨੀ ਬਰਕਰਾਰ ਹੈ। ਮੁਕੰਮਲ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਗਏ ਉਹਦੇ ਵਿੱਚ ਕੈਨੇਡੀਅਨ ਪੰਜਾਬੀ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਪੰਜਾਬੀ ਜ਼ਮੀਨ ਜਾਂ ਇੱਥੋਂ ਦੀ ਆਬੋ ਹਵਾ ਨਾਲ ਹਾਲੇ ਵੀ ਜੁੜੇ ਹੋਏ ਨੇ। ਇਸ ਕਰਕੇ ਤੁਹਾਨੂੰ ਸਿਹਰਾ ਵੀ ਹੈ। ਔਰ ਤਰਜੀਹ ਇੱਕੋ ਹੀ ਹੈ ਕਿ ਇਸੇ ਤਰ੍ਹਾਂ ਤਵਾਰੀਖ ਨੂੰ ਜਿਉਂਦਾ ਰੱਖੀਏ। ਇਸੇ ਦੇ ਨਾਲ ਹੀ ਜਿਹੜੀ ਤੁਹਾਡੀ ਅਗਲੀ ਪੀੜ੍ਹੀ ਹੈ ਜਿਹੜੀ ਇੱਥੇ ਪੈਦਾ ਹੋਏਗੀ ਉਹਦੀ ਸਾਂਝ ਜ਼ਰੂਰ ਬਰਕਰਾਰ ਰਹੇਗੀ। ਮੈਂ ਇਸ ਤਰ੍ਹਾਂ ਅੱਜ ਵੀ ਕਹਿ ਕੇ ਹਟਿਆ ਕਿ ਮੈਨੂੰ ਹਮੇਸ਼ਾ ਇਸ ਗੱਲ ਦਾ ਫਖਰ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਬਲੀਗ ਦੇ ਲੋਕਾਂ ਪੰਨਿਆਂ ਤੇ ਬਹੁਤ ਹੀ ਅਹਿਮ ਕਿਰਦਾਰ ਅਦਾ ਕਰਦੇ ਤੇ ਜੀਵਨ ਦੇ ਫਖਰ ਨਾਲ ਹਮੇਸ਼ਾ ਭਾਗੀ ਮਹਿਸੂਸ ਕਰਦਾ ਰਹਿਣਾ ਕਿ ਚਲੋ ਮੇਰੀ ਹਿੱਸੇ ਇਹ ਕੋਈ ਚੀਜ਼ ਆਈ ਹੈ। ਔਰ ਅਖੀਰ ਦੇ ਵਿੱਚ ਮੈਂ ਹੁਣ ਇਹੀ ਕਹਾਂਗਾ ਹਮਦਰ ਤੋਂ ਮੈਨੂੰ ਉਸ ਜ਼ਮੀਨ ਤੇ ਜਾਣਾ, ਵਾਹ ਵਾਹ ਵਾਹ, नहीं से मेरा ख्वाब अधूरा रह जाना।
ਪਿੰਜੜਿਆ ਏ ਪਰਜੰਦ ਕਿਸੇ ਦਰਬਾਰ ਦਾ, ਪਰ ਉਹਦੀ ਰੂਹ ਵਿੱਚ ਰਲ ਗਿਆ ਨੂਰ ਉਹਦੀ ਸਰਕਾਰ ਦਾ। ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ, ਹੁਣ ਨੈਣਾ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ। ਵਾਹ। ਉਸ ਮੁਲਕ ਦੇ ਵੱਲੋਂ ਪੂਰੇ ਰਾਹੀ ਵਗਦੇ ਨੇ। ਹੁਣ ਕਬਜ਼ਾ ਮੇਰੇ ਉੱਤੇ ਅਸਲ ਹੱਕਦਾਰ ਦਾ। ਜੀਓ ਜੀ ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ। ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਸ਼ਾਲਾ ਇਹ ਕੰਠ ਸਲਾਮਤ ਰਹੇ, ਸ਼ਾਲਾ ਇਹ ਪੰਜਾਬੀਆਂ ਦਾ ਪੁੱਤ ਆਬਾਦ ਰਹੇ। ਇਹਦੀ ਵੰਝਲੀ ਵਰਗੇ ਬੋਲਾਂ ਦੇ ਵਿੱਚੋਂ ਟਨਕਾਰਾਂ ਪੈਂਦੀਆਂ ਰਹਿਣ। ਪੰਜਾਬ ਦੇ ਪਾਣੀਆਂ ਦੇ ਅੰਮ੍ਰਿਤਮਈ ਛਿੱਟੇ ਇਸ ਦੀਆਂ ਅੱਖਾਂ ਨੂੰ ਸਦਾ ਬਲ ਬਖਸ਼ਦੇ ਰਹਿਣ, ਤੌਫੀਕ ਬਖਸ਼ਦੇ ਰਹਿਣ। ਇਹਦੇ ਨਾਲ ਹੀ ਤੁਹਾਡੇ ਤੋਂ ਵਧਾਈ ਆ। ਗੁਰੂ ਪਾਤਸ਼ਾਹ ਕਿਰਪਾ ਰੱਖੇ ਤੁਹਾਡੇ ਤੇ। ਬਹੁਤ ਬਹੁਤ ਮਿਹਰਬਾਨੀ। ਤੁਸੀਂ ਅੱਜ ਜੀਤ ਪਹਿਲਾਂ ਹੋ ਗਈ ਹੈ ਤੇ ਪਰਮਾਤਮਾ ਦੀ ਸੰਗਤ ਨਾਲ ਰੱਖੀ ਥੀ ਉਸ ਤੋਂ ਚੜ੍ਹਦੀਆਂ ਕਲਾਂ ਚ ਰਹੋ। ਇਹ ਸਾਰੀ ਸਭਾ ਵੈਨਕੂਵਰ DC ਕੈਨੇਡਾ ਹਾਦਸਾ ਵਾਸਤਾ ਰਹੇ। ਸਾਡੀ ਜ਼ਿੰਦਗੀ ਦੀ ਪਹਿਲੀ ਪਰਦੇਸੀ ਫੇਰੀ ਇਸ ਮੁਲਕ ਸੀਗੀ। ਸਾਨੂੰ ਹਮੇਸ਼ਾ ਬਹੁਤ ਮੋਹ ਆਉਂਦਾ ਉੱਥੋਂ ਦੇ ਪੰਜਾਬੀਆਂ ਦੇ ਨਾਲ। ਸੋ ਉਮੀਦ ਕਰਦੇ ਹਾਂ ਬਹੁਤ ਜਲਦੀ ਕਦੀ ਮੌਕਾ ਮਿਲਿਆ ਫਿਰ ਵੀ ਬਾਤ ਕਰਾਂਗੇ। ਚੜ੍ਹਦੀ ਕਲਾ ਰੱਬ ਰੱਖਾ। ਗੁਰੂ ਫਤਿਹ। ਥੈਂਕ ਯੂ। ਡਾਕਟਰ ਸਤਿੰਦਰ ਸਰਤਾਜ ਦੇ ਨਾਲ ਤੁਸੀਂ ਸਰਕਾਰੇ ਖਾਲਸਾ ਦੇ ਆਖਰੀ ਬਾਦਸ਼ਾਹ ਦੀ ਗੱਲਬਾਤ ਸੁਣ ਕੇ ਹਟੇ ਹੋ। ਖਬਰਾਂ ਦੇ ਜਾਣ ਤੋਂ ਪਹਿਲਾਂ ਇੱਕ ਕਾਲਰ ਨੇ ਗੱਲਬਾਤ ਕਰਨੀ ਚਾਹੁੰਦੇ ਨੇ। ਸ਼ੈਲੀ ਤੇਜਾ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇਜਾ ਸਾਹਿਬ। ਜੀ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਸਾਡੀ ਹਿਸਟਰੀ ਦੇ ਸੰਬੰਧ ਦੇ ਵਿੱਚ ਉਹਨਾਂ ਗੈਸਟ ਨੂੰ ਲੈ ਕੇ ਆਉਂਦੇ ਹੋ ਜਿਹੜੇ ਬੜੇ ਰਿਸਰਚ ਸਕਾਲਰ ਨੇ ਔਰ ਜਿਨ੍ਹਾਂ ਨੇ ਜਿਹੜੀ ਫਿਲਮ ਬਣਾਈ ਹੈ ਉਹ ਵੀ ਰਿਸਰਚ ਫਿਲਮ ਸੀ। ਮੈਨੂੰ ਲੱਗਦਾ ਕਿ ਪਹਿਲੀ ਫਿਲਮ ਹੋਣੀ ਜਿਹੜੀ ਰਿਸਰਚ ਸੀ ਔਰ ਉਹਦੇ ਵਿੱਚ ਜਿਹੜੇ ਐਕਟਰ ਸੀ ਉਹ ਆਪ ਰਿਸਰਚ ਸਕਾਲਰ ਵੀ ਨੇ। ਬਿਲਕੁਲ। ਹਾਂਜੀ, ਗਿੱਲ ਸਾਹਿਬ ਇਹਦੇ ਵਿੱਚ ਇੱਦਾਂ ਹੈ, ਮੈਨੂੰ ਹਿਸਟਰੀ ਦਾ ਥੋੜਾ ਸ਼ੌਕ ਹੈ। ਤੁਸੀਂ ਲਾ ਲਓ ਬਚਪਨ ਤੋਂ ਮੇਰੇ ਫਾਦਰ ਵੀ PhD ਕਰਨਾ ਚਾਹੁੰਦੇ ਸੀ 1970s ਦੇ ਵਿੱਚ ਸਿੱਖ ਹਿਸਟਰੀ ਦੇ ਉੱਤੇ, ਲੇਕਿਨ ਉਹ ਆਰਮੀ 'ਚ ਹੋਣ ਕਰਕੇ ਉਹਨਾਂ ਦੀ ਕੰਪਲੀਟ ਨਹੀਂ ਹੋਈ। ਪਰ ਉਹਨਾਂ ਕੋਲ ਨੋਟਸ ਪਏ ਸੀ ਤੇ ਮੈਨੂੰ ਸ਼ੌਕ ਸੀ ਉਦੋਂ ਦਾ ਕਿ ਮੈਂ ਕਿਤਾਬਾਂ ਪੜ੍ਹਦਾ ਹੁੰਦਾ ਸੀ। ਇਹ ਹੋਇਆ ਕਿ ਜਦੋਂ ਕਲੋਨੀਅਲ ਜਿੰਨੀਆਂ ਵੀ ਪਾਵਰਸ ਨੇ ਉਹਨਾਂ ਵਿੱਚੋਂ ਜਿਹੜਾ ਬ੍ਰਿਟਿਸ਼ ਸੀ, ਇਹਨਾਂ ਨੇ ਇੰਟੈਲੈਕਚੁਅਲ ਆਪਰੇਟਸ ਸਾਰਾ ਇੰਡੀਆ 'ਚ ਯੂਜ਼ ਕੀਤਾ ਇੰਡੀਆ ਨੂੰ ਰੂਲ ਕਰਨ ਲਈ। ਔਰ ਰੂਲ ਕਿੱਦਾਂ ਕੀਤਾ ਗਿਆ? ਕੰਟਰੈਕਟ, ਐਗਰੀਮੈਂਟ ਤੇ ਟ੍ਰੀਟੀਆਂ ਦੇ ਨਾਲ। ਲਾਰਡ ਡਲਹੌਜ਼ੀ ਕਹਿੰਦਾ ਸੀ ਆਈ ਸ਼ੈਲ ਰੂਲ ਵਿਦ ਪੈਨ ਐਂਡ ਸਵਾਰਡ। ਯੈਸ, ਪੈਨ ਪਹਿਲਾਂ ਤੇ ਸਵਾਰਡ ਬਾਅਦ ਚ ਜੀ। ਸੋ ਡਿਸੀਵਡ, ਡਿਸੈਪਸ਼ਨ, ਟ੍ਰਿਕ ਐਂਡ ਟ੍ਰੈਚਰੀ ਦੇ ਵਿੱਚ ਇਹਨਾਂ ਨੂੰ ਕੋਈ ਮਾਤ ਦੇ ਨਹੀਂ ਸੀ ਸਕਦਾ। ਮਹਾਰਾਜਾ ਰਣਜੀਤ ਸਿੰਘ ਨਾਲ ਵੀ ਇਹੀ ਹੋਇਆ। ਮੈਂ ਦੋ ਸਕਾਲਰ ਦੀ ਪੜ੍ਹੀਆਂ। ਅਜੇ ਵੀ ਤੁਸੀਂ ਇੰਡੀਆ 'ਚ ਜਾਓ ਤੁਹਾਨੂੰ ਰੈੱਡ ਬੁੱਕ ਨਹੀਂ ਮਿਲ ਸਕਦੀ। ਤੁਹਾਨੂੰ ਪਤਾ ਅਜੇ ਵੀ ਡਿਪਟੀ ਕਮਿਸ਼ਨਰ ਕੋਲ ਰੈੱਡ ਬੁੱਕ ਹੁੰਦੀ ਹੈ ਜਿਹੜੀ ਅੰਗਰੇਜ਼ਾਂ ਨੇ ਰੂਲ ਕਰਨ ਲਈ ਰੱਖੀ ਹੋਈ ਹੈ। ਪਰ ਮੈਂ ਫਿਰ ਲੱਭਦਾ ਕਿਉਂਕਿ ਮੈਂ ਵਕੀਲ ਸੀ ਇੰਡੀਆ 'ਚ ਤੇ ਮੈਂ ਆਪਣੀ ਵਾਰ ਦੇ ਵਿੱਚੋਂ ਕੁਝ ਕਿਤਾਬਾਂ ਲੱਭ ਲੈਂਦਾ ਸੀ ਅੰਗਰੇਜ਼ਾਂ ਦੀ ਟਾਈਮ ਦੀਆਂ। ਮੈਨੂੰ ਦੋ ਕਿਤਾਬਾਂ ਲੱਭੀਆਂ ਨੇ ਜਿਹੜੀ ਅੱਜ ਕੱਲ੍ਹ ਇੱਥੇ ਤੁਹਾਡੀ ਸਰੀ ਜਿਹੀ ਦੁਕਾਨ ਹੈ ਇੰਡੀਆ ਬੁੱਕ ਵਰਲਡ। ਉਹਦੇ ਜਿਹੜੇ ਮਾਲਕ ਨੇ ਉਹ ਸਾਰੀ ਦੁਨੀਆ ਦੀ ਲਾਇਬ੍ਰੇਰੀਆਂ ਦੇ ਵਿੱਚ ਲਾਇਬ੍ਰੇਰੀਅਨ ਰਹੇ ਨੇ ਤੇ ਉਹਨਾਂ ਕੋਲੋਂ ਕਿਤਾਬਾਂ ਮੈਨੂੰ ਮਿਲੀਆਂ। ਮੈਂ ਤੁਹਾਨੂੰ ਦੋ ਦੱਸਣਾ ਕਿਤਾਬਾਂ। ਇੱਕ ਹਿਸਟਰੀ ਆਫ ਸਿੱਖਸ ਬਾਈ ਕੁਨਿੰਗਮ ਜੀ, ਕਿਉਂਕਿ ਇਹ 1849 ਚ ਲਿਖੀ ਗਈ ਹੈ। ਇਹ ਅਨਬਾਇਸਡ ਹਿਸਟਰੀ ਹੈ, ਆਈ ਵਿਟਨੈਸ ਅਕਾਊਂਟ ਹੈ। ਓਕੇ। ਔਰ ਦੂਸਰੀ ਇਹ ਹੈ ਪੰਜਾਬ ਕਾਸਟ, ਰੇਸਿਸ ਐਂਡ ਟ੍ਰਾਈਬਸ ਆਫ ਦਾ ਪੀਪਲ ਆਫ ਪੰਜਾਬ ਬਾਈ ਡੈਂਜ਼ਿਲ ਐਬਟਸਨ। ਇਹ ਜਿਹੜੇ ਦੋ ਸਕਾਲਰ ਸੀ ਇਹ ਉਹਨਾਂ ਦੀ ਰੈੱਡ ਬੁੱਕਸ ਦੇ ਸੋਰਸਿਸ ਸੀ। ਜਦੋਂ ਤੁਸੀਂ ਇਹਨਾਂ ਨੂੰ ਪੜ੍ਹੋਗੇ ਤੇ ਤੁਹਾਨੂੰ ਫੇਰ ਆਈ ਵਿਟਨੈਸ ਅਕਾਊਂਟ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਨੂੰ ਸਾਡੀ ਫਾਲਟ ਲਾਈਨ ਦਾ ਕਿੰਨਾ ਨੌਲੇਜ ਸੀ। ਔਰ ਉਹ ਫਾਲਟ ਲਾਈਨ ਨੂੰ ਮੈਂ ਤੁਹਾਨੂੰ ਇਹਦੇ ਵਿੱਚ ਇਹ ਦੱਸ ਦਿੰਦਾ ਕਿ ਜੱਜਾ ਸਾਹਿਬ ਮੈਂ ਟੌਪ ਆਫ ਦਾ ਔਰ ਉਹ ਫਾਲਟ ਲਾਈਨ ਨੂੰ ਮੈਂ ਤੁਹਾਨੂੰ ਇਹਦੇ ਵਿੱਚ ਇਹ ਦੱਸ ਦਿੰਦਾ ਕਿ ਜੱਜਾ ਸਾਹਿਬ ਮੈਂ ਟੌਪ ਆਫ ਦਾ ਆਵਰ ਖਬਰਾਂ 'ਚ ਜਾਣਾ ਜੀ। ਪਲੀਜ਼ ਖਬਰਾਂ ਤੋਂ ਬਾਅਦ ਗੱਲ ਕਰ ਸਕਦੇ ਹੋ ਜੀ ਪਲੀਜ਼। ਥੈਂਕ ਯੂ। ਹੁਣੇ ਤੁਸੀਂ ਖਬਰਾਂ ਸੁਣ ਕੇ ਹਟੇ ਹੋ। ਸ਼ੈਲੀ ਤੇਜਾ ਜੀ ਮੇਰੇ ਨਾਲ ਹੋਲਡ ਤੇ ਨੇ, ਉਹ ਗੱਲਬਾਤ ਕਰਨੀ ਚਾਹੁੰਦੇ ਨੇ ਜੀ। ਤੇਜਾ ਸਾਹਿਬ ਉਹਨੂੰ ਕੰਪਲੀਟ ਕਰੀਏ। ਹਾਂਜੀ। ਸੋ ਗਿੱਲ ਸਾਹਿਬ ਇੱਦਾਂ ਸੀ ਕਿ ਜਿਹੜੀ ਪਹਿਲਾਂ ਤੇ ਇਹ ਸਮਝਣਾ ਜ਼ਰੂਰੀ ਹੈ ਕਿ ਵੈਸਟ ਤੇ ਈਸਟ ਦੇ ਵਿੱਚ ਫੰਡਾਮੈਂਟਲ ਡਿਫਰੈਂਸ ਕੀ ਹੈ ਜੀ।
ਇੱਕ ਤੇ ਇਹ ਹੈਗਾ ਕਿ ਅਸੀਂ ਹੈਗੇ ਆ ਪੋਲੀਟੀਕਲ ਮੈਨੀਫੈਸਟੇਸ਼ਨ, ਜਿਹੜੇ ਵੈਸਟ ਹੈ ਇਹ ਪੋਲੀਟੀਕਲ ਮੈਨੀਫੈਸਟੇਸ਼ਨ ਹੈ, ਅਸੀਂ ਸਪਿਰਿਚੁਅਲ ਮੈਨੀਫੈਸਟੇਸ਼ਨ ਆਫ ਮੈਨ ਆ ਜਾਂ ਹਿਊਮਨ ਬੀਇੰਗ ਆ। ਸੋ ਸਾਡੀਆਂ ਜਿਹੜੀਆਂ ਹਿਸਟਰੀ ਲਿਖਣ ਦੀਆਂ ਹੈਗੀਆਂ ਨੇ ਟ੍ਰੈਡੀਸ਼ਨਸ ਓਰਲ ਨੇ ਬੇਸਿਕਲੀ ਇੰਡੀਅਨਸ ਦੀਆਂ, ਜਿਹੜੀਆਂ ਇਹਨਾਂ ਦੀ ਵੈਸਟ ਦੀ ਹਰ ਚੀਜ਼ ਨੂੰ ਦੇ ਆਰ ਵੈਰੀ ਵੈਲ ਆਰਗੇਨਾਈਜ਼ਡ, ਹਰ ਚੀਜ਼ ਨੂੰ ਇਹ ਪ੍ਰੀਜ਼ਰਵ ਕਰਦੇ ਨੇ, ਡਾਕੂਮੈਂਟ ਕਰਦੇ ਨੇ, ਜਿਹੜੀ ਕਿ ਸਾਡੀ ਟ੍ਰੈਡੀਸ਼ਨ ਦੇ ਵਿੱਚ ਇੰਨਾ ਨਹੀਂ ਹੈ। ਸਾਡੇ ਤੇ ਸਪਿਰਿਚੁਅਲ ਵਾਲੇ ਪਾਸੇ ਹੀ ਜ਼ੋਰ ਦਿੱਤਾ ਗਿਆ ਸ਼ੁਰੂ ਤੋਂ, ਸਾਰੀਆਂ ਜਿੰਨੀਆਂ ਇੰਡੀਆ ਦੇ ਵਿੱਚ ਮੈਂ ਗੱਲ ਕਰ ਰਿਹਾ। ਦੂਸਰੀ ਚੀਜ਼ ਇਹ ਸੀ ਕਿ ਜਦੋਂ ਇੰਡੀਆ 'ਚ ਅੰਗਰੇਜ਼ ਆਇਆ, ਉਹਨੇ ਇੱਥੇ ਆਪਣੇ ਆਕਸਫੋਰਡ ਦੇ ਤੇ ਕੈਂਬਰਿਜ ਦੇ ਰਿਸਰਚ ਸਕਾਲਰ ਨਾਲ ਲਿਆਇਆ, ਜਿਹੜੇ ਉਹਨਾਂ ਦੇ ਕਮਿਸ਼ਨਰ ਹੁੰਦੇ ਸੀ। ਉਹ ਕਿਤਾਬਾਂ ਵੀ ਲਿਖਦੇ ਹੁੰਦੇ ਸੀ ਹਿਸਟਰੀ ਦੀਆਂ। ਉਹ ਕਿਉਂ ਲਿਖਦੇ ਹੁੰਦੇ ਸੀ? ਜਿਹੜੇ ਸਕਾਲਰ ਸੀ ਉਹ 30 ਸਾਲ ਕੀ ਕਰਦੇ ਪਏ ਸੀ ਇੱਥੇ? ਉਹ ਸਟੱਡੀ ਕਰਦੇ ਪਏ ਸੀ ਰੇਸਾਂ ਦੀਆਂ, ਕਾਸਟਾਂ ਦੀਆਂ ਔਰ ਉਹਨਾਂ ਦੀਆਂ ਫਾਲਟ ਲਾਈਨਾਂ ਦੀਆਂ। ਹੁਣ ਮੈਂ ਤੁਹਾਨੂੰ ਹਿਸਟਰੀ ਆਫ ਸਿੱਖਸ ਦੀ ਦੱਸਦਾ ਕਿ ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜਾ ਲਿਖਣ ਵਾਲਾ ਬੰਦਾ ਹੈ ਉਹ ਬਾਇਸ ਤੇ ਨਹੀਂ, ਮੋਸਟਲੀ ਬਾਇਸ ਹੁੰਨੇ ਆ, ਕਿਉਂਕਿ ਜੇ ਆਪਣੀ ਕਮਿਊਨਿਟੀ ਵਾਲਾ ਤੇ ਉਹ ਬਾਇਸ ਹੋਏਗਾ। ਲੇਕਿਨ ਆ ਜਿਹੜਾ ਕੁਨਿੰਗਮ ਹੈ, ਇਸਨੂੰ ਇਹ ਅਥਾਰਟੀ ਹੈ ਇਸ ਕਰਕੇ ਕਿਉਂਕਿ ਇਹਨੂੰ ਨੌਕਰੀ ਤੋਂ ਕੱਢਤਾ ਗਿਆ ਇਹ ਲਿਖਣ ਕਰਕੇ, ਕਿਉਂਕਿ ਇਹ ਆਈ ਵਿਟਨੈਸ ਅਕਾਊਂਟ ਹੈ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਟ੍ਰੀਟੀਆਂ ਦਾ। ਇਹ ਬੰਦਾ ਅੰਗਰੇਜ਼ਾਂ ਲਈ ਕੰਮ ਕਰਦਾ ਸੀ, ਲੇਕਿਨ ਜਦੋਂ ਇਹ ਰਾਜ ਖੋਇਆ ਗਿਆ ਮਹਾਰਾਜਾ ਰਣਜੀਤ ਸਿੰਘ ਤੋਂ, ਇਹਨੂੰ ਲੱਗਾ ਕਿ ਇਹ ਟ੍ਰਿਕ ਟ੍ਰੈਚਰੀ ਕੀਤੀ ਗਈ ਹੈ ਤੇ ਇਹਨੇ ਆਪਣੀ ਕਿਤਾਬ 1849 ਚ ਛਪਵਾਈ। ਔਰ ਇਸ ਤੋਂ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਇਹਨੂੰ ਨੌਕਰੀ ਤੋਂ ਕੱਢਤਾ। 2 ਸਾਲ ਬਾਅਦ ਇਹਦੀ ਮੌਤ ਹੋ ਗਈ, 39 ਸਾਲ ਦੀ ਉਮਰ 'ਚ ਇਹਦੀ ਡੈਥ ਹੋ ਗਈ ਬਿਕੋਜ਼ ਆਫ ਡੈਟ ਹਿਊਮਿਲੀਏਸ਼ਨ। ਸੋ ਇਹ ਜਿਹੜੀ ਕਿਤਾਬ ਹੈ, ਜੇ ਕੋਈ ਬੰਦਾ ਪੜ੍ਹੇਗਾ ਉਹਨੂੰ ਉਸ ਸਮੇਂ ਦੇ ਜਿਹੜੀ ਸਥਿਤੀਆਂ ਦਾ ਆਈ ਵਿਟਨੈਸ ਅਕਾਊਂਟ ਮਿਲੇਗਾ। ਦੂਸਰੀ ਮੈਂ ਕਿਤਾਬ ਇੱਕ ਹੋਰ ਮੈਂਸ਼ਨ ਕਰਨਾ, ਮੈਨੂੰ ਥੋੜਾ ਜਿਹਾ ਸ਼ੌਕ ਹੈ ਗਿਲ ਸਾਹਿਬ ਇੱਥੇ ਤੁਹਾਡੇ ਵਾਂਗੂ ਪੜ੍ਹਨ ਦਾ, ਖਾਸ ਕਰ ਹਿਸਟਰੀ ਦਾ। ਇੱਕ ਹੋਰ ਕਿਤਾਬ ਹੈ, ਇਹ ਵੀ ਮੈਂ ਹੁਣੇ ਖਰੀਦੀ ਹੈ, ਇਹ ਹੈਗੀ ਪੰਜਾਬ ਕਾਸਟ ਰੇਸਿਸ ਐਂਡ ਟ੍ਰਾਈਬਸ ਆਫ ਦਾ ਪੀਪਲ ਆਫ ਪੰਜਾਬ। ਇਹ ਡੈਂਜ਼ਿਲ ਐਬਟਸਨ ਇੱਕ ਸਕਾਲਰ ਹੋਇਆ, 1916 ਚ ਲਿਖੀ ਗਈ ਹੈ, ਪਹਿਲੀ ਪਬਲਿਸ਼ ਹੋਈ ਹੈ। ਇਹਦੇ ਵਿੱਚ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਕੋਲ ਕਿੰਨੀ ਡਿਟੇਲ ਨੌਲੇਜ ਸੀ ਸਾਡੀਆਂ ਸਾਰੀਆਂ ਕਾਸਟਾਂ ਦੀਆਂ, ਉਹਨਾਂ ਦੀਆਂ ਟ੍ਰੇਡਸ ਦੀਆਂ, ਔਰ ਉਹਨਾਂ ਦੀਆਂ ਜਿਹੜੀਆਂ ਕਮੀਆਂ ਸਾਰੀਆਂ ਇੰਨੀ ਡਿਟੇਲ 'ਚ ਲਿਖੀਆਂ ਗਈਆਂ ਨੇ। ਹੈਰਾਨ ਹੋ ਜਾਂਦਾ ਬੰਦਾ ਕਿ ਇਹਨਾਂ ਦੇ ਜੋ ਸਕਾਲਰ ਸੀ ਇੰਨੇ ਡੀਪ ਰੂਟਡ ਸੀ, ਕਿੱਥੋਂ ਇੰਨੀਆਂ ਇਨਫੋਰਮੇਸ਼ਨਾਂ ਲੈਂਦੇ ਪਏ ਸੀ ਔਰ ਇਹ ਕਦ ਲਈ ਯੂਜ਼ ਕਰਦੇ ਪਏ ਸੀ। ਇਹ ਜਿਹੜੇ ਮੈਂ 2 ਸਕਾਲਰ ਦੱਸੇ ਨੇ, ਇਹ ਰੈੱਡ ਬੁੱਕ ਦੇ ਵੀ ਉਹਨਾਂ ਦੇ ਸੋਰਸਿਸ ਹੁੰਦੇ ਸੀ, ਹੋਰ ਵੀ ਸੋਰਸਿਸ ਹੈਗੇ ਨੇ, ਆਪਾਂ ਲੱਭਾਂਗੇ ਤੇ ਹੋਰ ਮਿਲ ਜਾਂਦੇ ਨੇ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਟ੍ਰੀਟੀਆਂ ਕੀਤੀਆਂ ਗਈਆਂ ਮਹਾਰਾਜਾ ਰਣਜੀਤ ਸਿੰਘ ਨਾਲ, ਇਹਨਾਂ ਨੇ ਅੰਗਰੇਜ਼ਾਂ ਨੇ ਨਹੀਂ, ਸਾਰੀਆਂ ਕਲੋਨੀਅਲ ਪਾਵਰ ਨੇ 3 ਤਰੀਕੇ ਨਾਲ ਦੁਨੀਆ 'ਚ ਰੂਲ ਕੀਤਾ। ਇੱਕ ਕੀਤਾ ਐਗਰੀਮੈਂਟ, ਕੰਟਰੈਕਟ ਤੇ ਟ੍ਰੀਟੀਆਂ ਨਾਲ। ਇਹਦੇ ਵਿੱਚ ਪਹਿਲੀ ਚੀਜ਼ ਇਹ ਹੈ ਕਿ ਲੈਂਗੁਏਜ ਇਹਨਾਂ ਦੀ ਆਪਣੀ ਹੁੰਦੀ ਹੈ। ਉਹ ਲੈਂਗੁਏਜ ਦੇ ਵਿੱਚ ਇੱਕ ਲੈਂਗੁਏਜ ਕਿਸੇ ਨੂੰ ਨਹੀਂ ਆਉਂਦੀ ਦੁਨੀਆ ਦੇ ਵਿੱਚ, ਉਹਨੂੰ ਕਹਿੰਦੇ ਲੈਟਿਨ। ਉਹ ਲੈਟਿਨ ਲੈਂਗੁਏਜ ਦੇ ਵਿੱਚ ਹੀ ਸਾਰੀ ਘੁੰਡੀ ਹੁੰਦੀ ਹੈ। ਤੁਸੀਂ ਕਦੀ ਕੰਟਰੈਕਟ, ਐਗਰੀਮੈਂਟ ਤੇ ਟ੍ਰੀਟੀ ਦੇ ਵਿੱਚ ਵੇਖੋਗੇ ਤਾਂ ਲੈਟਿਨ ਵਰਡ ਯੂਜ਼ ਕੀਤਾ ਜਾਂਦਾ ਔਰ ਉਹ ਕੀ ਵਰਡ ਹੁੰਦੇ ਨੇ। ਸੋ ਇਸ ਕਰਕੇ ਅੰਗਰੇਜ਼ ਨੇ ਜਦੋਂ ਇਹ ਕਿਹਾ, ਲਾਰਡ ਡਲਹੌਜ਼ੀ ਨੇ ਕਿਹਾ ਇੰਡੀਆ 'ਚ 1850 'ਚ ਕਿ ਦੈਟ ਆਈ ਸ਼ੈਲ ਰੂਲ ਵਿਦ ਪੈਨ ਐਂਡ ਸਵਾਰਡ। ਅੰਗਰੇਜ਼ ਨੂੰ ਇਹ ਵੀ ਪਤਾ ਸੀ ਕਿ ਸਿੱਖਸ ਹੈਜ਼ ਗਿਵਨ ਅਪ ਪੈਨ ਫॉर ਸਵਾਰਡ। ਇਸ ਕਰਕੇ ਉਹਨਾਂ ਨੂੰ ਇਹ ਪਤਾ ਸੀ ਕਿ ਜਿਹੜੀ ਮਾਰਸ਼ਲ ਰੇਸ ਦਾ ਕਨਸੈਪਟ ਸੀ, ਇਹ ਅੰਗਰੇਜ਼ਾਂ ਨੇ ਕਿਉਂ ਸ਼ੁਰੂ ਕੀਤਾ, ਸਾਨੂੰ ਉਹ ਵੀ ਲੱਭਣ ਦੀ ਲੋੜ ਹੈ। ਮਾਰਸ਼ਲ ਰੇਸਾਂ ਦੇ ਵਿੱਚ ਜਿਹੜੀਆਂ ਰੇਸਾਂ ਕੱਢੀਆਂ, ਉਹਨਾਂ ਦੀਆਂ ਫਿਰ ਫਾਲਟ ਲਾਈਨ ਲੱਭੀਆਂ ਔਰ ਇੱਕ ਦੂਜੇ ਦੇ ਅਗੇਂਸਟ ਯੂਜ਼ ਕੀਤੀਆਂ। ਇਸ ਕਰਕੇ ਸਾਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਹਿਸਟਰੀ ਦੀ ਡਿਟੇਲ ਦੀ ਗੱਲ, ਮੈਂ ਆਈ ਐਮ ਵੈਰੀ ਗਲੈਡ ਕਿ ਤੁਸੀਂ ਹਿਸਟਰੀ ਨੂੰ ਲੈ ਕੇ ਆਉਂਦੇ ਹੋ ਔਰ ਬੜਾ ਇੰਪੋਰਟੈਂਟ ਚੀਜ਼ ਹੈ ਕਿ ਲੋਕਾਂ ਨੂੰ ਅਵੇਅਰ ਕਰੋ ਕਿ ਹਿਸਟਰੀ ਐਕਚੁਅਲੀ ਕੀ ਚੀਜ਼ ਸੀ, ਕਿਉਂਕਿ ਉਹਦੀਆਂ ਸੱਚਾਈਆਂ ਹੌਲੀ ਹੌਲੀ ਆ ਰਹੀਆਂ ਨੇ ਜੀ। ਮੈਂ ਇੰਨਾ ਕਹਿਣਾ ਸੀ ਜੀ। ਥੈਂਕ ਯੂ ਸੋ ਮਚ। ਧੰਨਵਾਦ ਜੀ ਤੇਜਾ ਸਾਹਿਬ, ਤੁਸੀਂ 11-12 ਮਿੰਟ ਵੇਟ ਕੀਤਾ ਤੇ ਗੱਲ ਆਪਣੀ ਫਿਨਿਸ਼ ਕੀਤੀ। ਧੰਨਵਾਦ, ਬਹੁਤ ਬਹੁਤ ਥੈਂਕ ਯੂ। ਥੈਂਕ ਯੂ। ਸ਼ੈਲੀ ਤੇਜਾ ਜੀ ਗੱਲਬਾਤ ਕਰ ਰਹੇ ਸੀ। ਸੋ ਅੱਜ ਦੇ ਇਸ ਦਿਨ ਤੇ ਤੁਸੀਂ ਗੱਲਬਾਤ ਸੁਣ ਕੇ ਹਟਿਓ ਸਤਿੰਦਰ ਸਰਤਾਜ ਹੋਰਾਂ ਤੇ ਤੁਸੀਂ ਕੋਈ ਕਾਲਸ ਇਸ ਦੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ। ਸਰ ਰਜਿੰਦਰ ਸਿੰਘ ਪੰਧੇਰ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਸਰ, ਹਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਧੇਰ ਸਾਹਿਬ। ਬਹੁਤ ਹੀ ਖੁਸ਼ੀ ਹੋਈ ਅੱਜ ਸਾਰਾ ਕੁਝ ਸੁਣ ਕੇ ਪ੍ਰੋਗਰਾਮ, ਤੇ ਖਾਸ ਤੌਰ ਤੇ ਜਿਹੜਾ ਹੁਣ ਹਿਸਟਰੀ ਦਾ ਪਾਰਟ ਇਹਨਾਂ ਨੇ ਕਨਕਲੂਡ ਕੀਤਾ ਹੈਗਾ ਤੇਜਾ ਜੀ ਨੇ। ਔਰ ਕਮਾਲ ਦੀ ਗੱਲ ਹੈਗੀ ਆ, ਉਹ ਬੁੱਕਾਂ ਜਿਹੜੀਆਂ ਹੈਗੀਆਂ ਉਹ ਬਹੁਤ ਵਧੀਆ ਨੇ, ਮੇਰੇ ਕੋਲ ਵੀ ਹੈਗੀਆਂ ਦੋਨੋਂ। ਵੈਰੀ ਗੁੱਡ। ਤੇ ਉਹ ਪੜ੍ਹਨ ਯੋਗ ਨੇ ਔਰ ਉਹਨਾਂ ਨੇ ਜਿਹੜੀ ਡਿਟੇਲ ਦਿੱਤੀ ਆ ਅੰਗਰੇਜ਼ਾਂ ਦਾ ਸਿਸਟਮ ਕੀ ਸੀ, ਉਹ ਸਾਰਾ ਪੜ੍ਹਿਆਂ ਤੇ ਪਤਾ ਲੱਗਦਾ ਹੈਗਾ।
ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀਆਂ ਨੇ ਪੜ੍ਹਨਾ ਛੱਡ ਦਿੱਤਾ ਹੈ ਜੀ। ਔਰ ਅਸੀਂ ਮਤਲਬ ਕੰਨ ਰਸ ਜ਼ਿਆਦਾ ਹੋ ਗਿਆ ਔਰ ਪੜ੍ਹਨ ਵਾਲਾ ਪਾਸਾ ਜਿਹੜਾ ਹੈਗਾ ਉਹ ਪਿੱਛੇ ਛੱਡ ਦਿੱਤਾ, ਜਿਹੜਾ ਕਿ ਬਹੁਤ ਜ਼ਰੂਰੀ ਆ। ਔਰ ਕਮਾਲ ਦੀ ਗੱਲ ਹੈਗੀ ਆ ਵੀ ਜਿਵੇਂ ਆਪਾਂ ਸ਼ਾਹ ਮੁਹੰਮਦ ਨੇ ਆਪਾਂ ਨੂੰ ਉਸ ਵੇਲੇ ਦਾ ਸਾਰਾ ਵਰਤਾਂਤ ਦਿੱਤਾ ਹੈਗਾ ਤੇ ਐਂਗਲੋ ਸਿੱਖ ਵਾਰਸ ਦਾ, ਉਹ ਵੀ ਆਪਣੇ ਆਪ 'ਚ ਇੱਕ ਹਿਸਟਰੀ ਹੈਗੀ ਆ ਕਾਵ ਰੂਪ 'ਚ ਦੇ ਵਿੱਚ। ਬਿਲਕੁਲ। ਪਰ ਜਿਹੜੀ ਕਨਿੰਗਮ ਜਾਂ ਮਕਾਲਫ ਦੀ ਹੈਗੀਆਂ ਬੁੱਕਾਂ ਉਹ ਵੀ ਹੈਗੀਆਂ ਮੇਰੇ ਕੋਲੇ, ਤੇ ਪ੍ਰਾਚੀਨ ਪੰਥ ਪ੍ਰਕਾਸ਼ ਜਾਂ ਹੋਰ ਸਾਰੇ ਕੁਛ ਹੈਗਾ, ਗੁਰੂ ਖਾਲਸਾ ਹਾਂਜੀ। ਉਹ ਯਾਨੀ ਗੱਲ ਇਹ ਹੈਗੀ ਆ ਕਿ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਬੁੱਕਾਂ ਪਈਆਂ ਨੇ, ਤੁਸੀਂ ਪੜ੍ਹੀਆਂ ਹੋਣ, ਫਿਰ ਜਦੋਂ ਕਿਤੇ ਲੋੜ ਪੈਂਦੀ ਆ ਤੁਸੀਂ ਆਪਣੇ ਕੋਲ ਚੱਕ ਕੇ ਫਟਾਫਟ ਦੇਖ ਸਕਦੇ ਹੋ। ਬਿਲਕੁਲ ਹੈ ਜੀ। ਅਸੀਂ ਬੁੱਕਾਂ ਖਰੀਦਣ ਵੇਲੇ ਕੰਜੂਸੀ ਕਰਦੇ ਹਾਂ ਤੇ ਬਾਕੀ ਜਿਵੇਂ ਤੁਸੀਂ ਵੀ ਸ਼ੁਗਲ ਨਾਲ ਕਹਿ ਰਹੇ ਹੋ ਵੀ ਸੂਟਾਂ ਦੇ ਟਰੰਕ ਭਰੀ ਆਉਂਦੇ ਆ ਅਸੀਂ ਪਰ ਬੁੱਕਾਂ ਜਿਹੜੀਆਂ ਹੈਗੀਆਂ ਉਹ ਬਹੁਤ ਹੀ ਬੁੱਕਸ ਆਰ ਕਹਿੰਦੇ ਨੇ ਬੈਸਟ ਫਰੈਂਡ ਜੀ। ਉਹ ਗਿਆਨ ਦਿੰਦੀਆਂ ਨੇ, ਤੁਹਾਤੋਂ ਮੰਗਦੀਆਂ ਕੁਛ ਨਹੀਂ, ਤੁਹਾਨੂੰ ਦਿੰਦੀਆਂ ਹੀ ਦਿੰਦੀਆਂ। ਚੰਗਾ ਇਨਸਾਨ ਬਣਾਉਣ ਦੇ ਵਿੱਚ ਬੁੱਕਾਂ ਤੁਹਾਡੀ ਮਦਦ ਕਰਦੀਆਂ ਨੇ। ਲਿਟਰੇਚਰ ਪੜ੍ਹਨਾ ਚਾਹੀਦਾ, ਆਪਣੀ ਹਿਸਟਰੀ ਤਾਂ ਖਾਸ ਤੌਰ ਤੇ। ਤੁਸੀਂ ਆਪਣੇ ਆਪ ਨੂੰ ਨਹੀਂ ਪੜ੍ਹਦੇ, ਤੁਹਾਡੀ ਆਪਣੀ ਹੋਂਦ ਕੀ ਹੈ, ਆਪਣੀ ਹਿਸਟਰੀ ਕੀ ਸੀ, ਕੱਲ ਕੀ ਸੀ ਤੇ ਅੱਜ ਕੀ ਕਰਨਾ ਹੈਗਾ, ਉਹ ਤੁਹਾਨੂੰ ਵੀ ਜਿਵੇਂ ਕਹਿੰਦੇ ਨਾ ਕਿ ਯੈਸਟਰਡੇ ਤੋਂ ਸਬਕ ਸਿੱਖਣਾ ਚਾਹੀਦਾ ਫॉर ਟੁਮਾਰੋ। ਬਿਲਕੁਲ ਹੈ ਜੀ। ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਪੜ੍ਹੇ ਤੇ ਪਤਾ ਲੱਗਦਾ। ਜੇ ਹੁਣ ਤੁਸੀਂ ਪੜ੍ਹਦੇ ਨਹੀਂ ਹੈਗੇ ਤਾਂ ਅਸੀਂ ਕਈ ਵਾਰੀ ਦੇਖੀਦਾ ਹੁੰਦਾ, ਬੜੇ ਦੁੱਖ ਦੀ ਗੱਲ ਹੁੰਦੀ ਆ, ਕਈ ਬੰਦੇ ਤੁਹਾਡੇ ਸਾਹਮਣੇ 10 ਮਿੰਟ ਤਾਂ ਜ਼ਿਆਦਾ ਨੇ, 7-8 ਮਿੰਟ ਦੇ ਵਿੱਚ ਅਖਬਾਰ ਚੱਕ ਕੇ ਉਹ ਰੱਖ ਦਿੰਦੇ ਆ ਜੀ, ਦੇਖ ਲਿਆ। ਬਿਲਕੁਲ, ਮਤਲਬ ਕਹਿੰਦੇ ਨੇ ਦੇਖ ਲਿਆ। ਉਹ ਹੈਡਲਾਈਨਾਂ ਦੇਖਦੇ ਨੇ, ਕਿਹਨੇ ਕਿਹਨੂੰ ਬੁਰਾ ਭਲਾ ਕਿਹਾ, ਕਿਹਨੇ ਕਿਹਦੀ ਪੱਗ ਲਾਤੀ। ਉਹ ਭਲਿਓ ਤੁਸੀਂ ਉਹਦੇ ਵਿੱਚ ਲੇਖ, ਆਰਟੀਕਲ ਪੜ੍ਹੋ, ਐਡੀਟੋਰੀਅਲ ਪੜ੍ਹੋ, ਉਹ ਵੀ ਉਹਦਾ ਹਿੱਸਾ, ਬਲਕਿ ਉਦੋਂ ਵੀ ਜ਼ਿਆਦਾ ਜ਼ਰੂਰੀ ਆ। ਇਸੇ ਕਰਕੇ ਮੈਂ ਕਹਿਣਾ ਵੀ ਪੜ੍ਹਨਾ ਜਿਹੜਾ ਹੈਗਾ ਬਹੁਤ ਜ਼ਰੂਰੀ ਆ। ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇਜਾ ਜੀ ਨੇ, ਉਹ ਯਾਦ ਕਰਾਤੀਆਂ ਸਾਰੀਆਂ ਗੱਲਾਂ। ਔਰ ਇਹ ਜਿਹੜਾ ਹੈਗਾ ਮਤਲਬ ਜੇ ਹੁਣ ਇਹਨਾਂ ਨੂੰ ਸ਼ੌਕ ਸੀ ਪਿਤਾ ਜੀ ਕੋਲੋਂ ਮਿਲਿਆ, ਉਹ ਤਾਂ ਹੀ ਇਹ ਦੱਸ ਸਕੇ ਨੇ ਆਪਾਂ ਨੂੰ ਉਹ ਗੱਲਾਂ। ਪਰ ਯਾਦ ਕਰਾਤਾ ਲੋਕਾਂ ਨੂੰ ਵੀ ਭਲਿਓ ਭਰਾਵੋ, ਭੈਣੋ ਭਰਾਵੋ, ਪੜ੍ਹੋ। ਔਰ ਤੁਹਾਡਾ ਵੀ ਧੰਨਵਾਦ, ਤੁਸੀਂ ਇਹ ਗੱਲ ਲਿਆਂਦਾ ਹੈਗਾ। ਤੇ ਸੋ ਆਪਣੇ ਖੁਸ਼ ਰਹੋ, ਆਬਾਦ ਰਹੋ। ਧੰਨਵਾਦ ਜੀ, ਧੰਨਵਾਦ ਪੰਦੇਰ ਸਾਹਿਬ, ਥੈਂਕ ਯੂ। ਸਾਹਿਬ ਪਰਮਿੰਦਰ ਸਿੰਘ ਜੀ, ਲਾਈਨ ਨੰਬਰ 2। ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਕਿਤਾਬਾਂ ਪੜ੍ਹਨ ਬਾਰੇ ਮੈਂ ਥੋੜੀ ਗੱਲ ਕਰਨੀ ਚਾਹੁੰਦਾ ਸੀ। ਬਈ ਜਿਹੜੀ ਚੀਜ਼ ਸਾਡੇ ਘਰਾਂ 'ਚ ਲੋੜ ਸੀ ਉਹ ਅਸੀਂ ਘਰਾਂ 'ਚੋਂ ਬਾਹਰ ਕੱਢਤੀ। ਕਿਤਾਬਾਂ ਦੀ ਲੋੜ ਸੀ ਵੀਰ ਜੀ, ਨਵੇਂ ਘਰ ਬਣਦੇ ਉਹਨਾਂ 'ਚ ਲਾਇਬ੍ਰੇਰੀ ਕਿੰਨੇ ਕੁ ਘਰਾਂ 'ਚ ਬਣਦੀ? ਬਿਲਕੁਲ ਠੀਕ ਹੈ। ਥੀਏਟਰ ਰੂਮ ਹਰੇਕ ਘਰ ਦੇ ਵਿੱਚ, ਬਾਹਰ ਹਰੇਕ ਘਰ ਦੇ ਵਿੱਚ ਅਸੀਂ ਬਣਾ ਰਹੇ ਹਾਂ। ਜਿਹੜੀ ਉਹ ਕਹਿੰਦੇ ਆਪਣੇ ਪੰਜਾਬੀਆਂ ਦੀ, ਚਲੋ ਮੈਂ ਗੱਲ ਕਰਦਾ ਅੱਜ ਤੋਂ 30-40 ਸਾਲ ਪਿੱਛੇ ਜਦੋਂ ਸਾਡੇ ਫਾਦਰ ਸਾਹਿਬ ਹੁੰਦੇ ਸੀ ਜਾਂਦੇ ਵਿੱਚ, ਉਹ ਜੇ ਕਹਿੰਦੇ ਦਾਰੂ ਘਰੇ ਨਹੀਂ ਪੀਂਦੇ ਸੀ ਕਿ ਘਰੇ ਬਜ਼ੁਰਗ ਨੇ ਹੋਣਾ ਤਾਂ ਸਾਹਮਣੇ ਨਹੀਂ ਪੀਂਦੇ ਸੀ, ਮੋਟਰ ਤੇ ਹੀ ਪੀਂਦੇ ਸੀ। ਬਿਲਕੁਲ ਠੀਕ। ਉਹ ਜਿਹੜੀ ਅਸੀਂ ਮੋਟਰਾਂ ਦੇ ਬਾਹਰ ਚੋਰੀ ਪੀਣ ਵਾਲੀ ਉਹ ਸਾਹਮਣੇ ਅਸੀਂ ਸਜਾ ਕੇ ਰੱਖਤੀਆਂ ਦਾਰੂ ਦੀਆਂ ਬੋਤਲਾਂ ਥੀਏਟਰ ਰੂਮਾਂ ਦੇ ਵਿੱਚ। ਫਿਰ ਅਸੀਂ ਕਹਿੰਦੇ ਵੀ ਸਾਡੇ ਬੱਚੇ ਗਲਤ ਰਸਤੇ ਜਾਂਦੇ ਆ। ਤੇ ਜੋ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਅਸੀਂ ਲੁਕੋ ਕੇ ਸੈਲਫਾਂ ਦੇ ਵਿੱਚ, ਕਿਸੇ ਦੇ ਘਰੇ ਕਿਤਾਬਾਂ ਬਹੁਤ ਘੱਟ ਦੇਖੀਆਂ ਹੋਣਗੀਆਂ ਵੀ ਲਾਇਬ੍ਰੇਰੀ ਬਣੀ ਹੋਈ ਆ। ਥੀਏਟਰ ਰੂਮ ਆਪਣੇ ਵੱਡੇ ਘਰਾਂ ਦੇ ਵਿੱਚ 80% ਘਰਾਂ ਦੇ ਵਿੱਚ ਹਰੇਕ ਬੰਦਾ ਕਹਿੰਦਾ ਬਾਰ ਯਾਰ ਜ਼ਰੂਰ ਬਣੀ ਹੋ, ਥੀਏਟਰ ਰੂਮ ਜ਼ਰੂਰ ਬਣਿਆ ਹੋ। ਜੇ ਕਿਤਾਬਾਂ ਪਈਆਂ ਤੁਸੀਂ ਪੜੋਗੇ ਵਿਹਲੇ ਟਾਈਮ, ਤੁਹਾਡਾ ਬੱਚਾ ਪੜੂਗਾ। ਜੇ ਤੁਹਾਡੇ ਦਾਰੂ ਦੀ ਬੋਤਲ ਪਈ ਆ ਤਾਂ ਦਾਰੂ ਪੀਓਗੇ ਸਾਹਮਣੇ। ਬਿਲਕੁਲ ਠੀਕ ਹੈ। ਥੈਂਕ ਯੂ ਵੀਰ ਜੀ, ਤੁਹਾਡਾ ਪ੍ਰੋਗਰਾਮ ਲੈ ਕੇ। ਧੰਨਵਾਦ, ਧੰਨਵਾਦ ਜੀ। ਕਿਤਾਬਾਂ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ। ਗੱਲ ਠੀਕ ਹੈ ਧਾਲੀਵਾਲ ਸਾਹਿਬ ਦੀ ਕਿ ਜਿਹੜੀਆਂ ਚੀਜ਼ਾਂ ਲੁਕਾਉਣੀਆਂ ਸੀ ਉਹ ਬਾਹਰ ਰੱਖਤੀਆਂ। ਥੀਏਟਰ ਦੇ ਵਿੱਚ ਬਣਤਾ ਜਾਂਦਾ, ਸਾਲ ਦੇ ਵਿੱਚ 5 ਵਾਰ ਮਸਾਂ ਕੋਈ ਬਹਿੰਦਾ, ਪਰ ਉਹਦੇ ਤੇ ਆਪਾਂ ਖਰਚਾ ਕਰਦੇ ਹਾਂ। ਪਰ ਘਰ ਦਾ ਇੱਕ ਖੂੰਜਾ ਲਾਇਬ੍ਰੇਰੀ ਜ਼ਰੂਰ ਚਾਹੀਦੀ ਹੈ। ਸ਼ਾਹ ਗੁਰਮੁਖ ਸਿੰਘ ਦਿਓਲ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਗਿਲ ਸਾਹਿਬ ਦੇਖੋ, ਗੱਲ ਤਾਂ ਚਲੋ ਆਪਾਂ ਆਪਣੇ ਇਤਿਹਾਸ ਦੀ ਕਰ ਰਹੇ ਹਾਂ, ਮਹਾਰਾਜਾ ਦਲੀਪ ਸਿੰਘ ਹੋਣਾ ਦੀ। ਉਹਦੇ ਨਾਲ ਹੀ ਦੇਖੋ ਕੁਛ ਸਾਲ ਤੱਕ ਪਹਿਲਾਂ ਮੇਰੇ ਖਿਆਲ ਦੇ ਨਾਲ ਜਿਹੜਾ ਇਤਿਹਾਸ ਹੋਣਾ, ਜਿੱਦਾਂ ਉਹ ਸ਼ੈਲੀ ਤੇ ਹੋਣੀ ਵਧੀਆ ਗੱਲ ਗਈ। ਇੱਕ ਸਾਡੇ ਜਿਹੜਾ ਹੈਗਾ ਇਤਿਹਾਸ ਦਾ ਢੰਗ ਇੱਧਰ ਜਿਹੜਾ ਈਸਟ ਆ ਇਹ ਡਿਫਰੈਂਟ ਹੈਗਾ। ਪਹਿਲਾਂ ਤਾਂ ਸਾਡਾ ਸਾਰਾ ਤਕਰੀਬਨ ਕਾਵ ਰੂਪ ਦੇ ਵਿੱਚ ਇਤਿਹਾਸ ਲਿਖਿਆ ਜਾਂਦਾ ਸੀਗਾ, ਤਕਰੀਬਨ ਜੇ ਤੁਸੀਂ ਸ਼ਾਹ ਮੁਹੰਮਦ ਪੜ੍ਹਦੇ ਜਾਂ ਕਾਜੀ ਨੂਰ ਮੁਹੰਮਦ ਦਾ ਜਾਂ ਉਹ ਤੋਂ ਪਹਿਲਾਂ ਪੰਥ ਪ੍ਰਕਾਸ਼ ਆ, ਰਤਨ ਸਿੰਘ ਭੰਗੂ ਹੋਣਾ ਦਾ, ਜਾਂ ਜਿੰਨੇ ਵੀ ਆਪਣਾ ਚਲੋ ਗੁਰੂ ਗ੍ਰੰਥ ਸਾਹਿਬ ਦੀ ਆ, ਜਿੰਨੀ ਆਮ ਵੀ ਜਿੰਨੇ ਕਾਵ ਆ, ਮੰਨ ਲਓ ਉਹ ਜਿਹੜੀ ਵਿਵਸਥਾ ਇੱਕ ਆ ਵਾਰਤਕ ਰੂਪ ਵਿੱਚ ਵੀ ਜਾਣੀ ਉਹਨੂੰ ਜਿੱਦਾਂ ਇਹਨਾਂ ਨੇ ਉਹੀ ਡਿਫਰੈਂਟ ਇਹਨਾਂ ਦਾ ਆਪਣੇ ਨਾਲੋਂ ਆ ਬਈ ਜਿੱਦਾਂ ਆਪਾਂ ਗੱਲਾਂ ਬਾਤਾਂ ਕਰਦੇ ਆ। ਇਹ ਸਿਰਫ ਮਟੀਰੀਅਲ ਲਾਈਫ ਦੇ ਨਾਲ, ਮਟੀਰੀਅਲਿਸਟ ਲਾਈਫ ਦੇ ਨਾਲ ਆ। ਵਾਰਤਕ ਵੀ ਚਲੋ ਸਪਿਰਿਚੁਅਲਿਟੀ ਵੱਲੋਂ ਜਾਂਦੀ ਆ, ਮਨੁੱਖੀ
ਜਿਹੜੀ ਆ ਸਬਕੌਂਸ਼ੀਅਸ ਮਾਈਂਡ ਹੁੰਦਾ ਉਧਰ ਨੂੰ ਜਾਂਦਾ ਆ, ਪਰ ਇੰਨਾ ਨਹੀਂ ਫੇਰ ਵੀ ਜਾਂਦਾ, ਕਿਉਂਕਿ ਜਿਹੜਾ ਵਾਰਤ ਕੇ ਕੋਈ ਵੀ ਲਿਖ ਸਕਦਾ ਆ, ਜਿਹੜਾ ਕਾਵਿ ਰਾਹੀਂ ਚੀਜ਼ ਲਿਖਣੀ ਆ ਉਹਦੇ ਰਾਹੀਂ ਬਿੰਬ ਸਿਰਜਣੇ, ਉਹ ਬਹੁਤ ਤਾਂ ਹੀ ਸਾਨੂੰ ਅੱਜ ਕੱਲ੍ਹ ਕਈਆਂ ਨੂੰ ਸੂਰਜ ਪ੍ਰਕਾਸ਼ ਜਾਂ ਸਾਡੇ ਉਹਨਾਂ ਦੇ ਇਤਿਹਾਸ ਲਿਖੇ ਸਾਨੂੰ ਸਮਝ ਨਹੀਂ ਆਉਂਦੇ, ਉਹ ਇੱਕ ਬਿੰਬ ਸਿਰਜੇ ਜਾਂਦੇ ਆਪਣੇ ਉਸੇ ਕੰਟੀਨੈਂਟ ਜਾਂ ਸਬ ਕੰਟੀਨੈਂਟ ਵਿੱਚ ਜਿਹੜੇ ਤੁਹਾਡੇ ਨਾਇਕ ਹੁੰਦੇ ਆ ਜਾਂ ਜੋ ਕੁਝ ਵੀ ਹੁੰਦਾ ਹੈ ਨਾ। ਹੁਣ ਮੇਰਾ ਕਹਿਣ ਤੋਂ ਭਾਵ ਵੀ ਜਿਹੜੇ ਇਤਿਹਾਸ ਪੜ੍ਹਨ ਦੇ ਵੀ ਇਕੱਲਾ ਕਿਤਾਬਾਂ ਰੱਖ ਕੇ ਜਾਂ ਘਰੇ ਰੱਖ ਕੇ ਪੜ੍ਹ ਕੇ ਨਹੀਂ ਸਾਰਾ ਕੁਝ ਪਤਾ ਲੱਗਦਾ। ਹੁਣ ਕਿੰਨੇ ਰਾਈਟਰ ਆ ਜਿਨ੍ਹਾਂ ਦੀਆਂ ਕਵਿਤਾਵਾਂ ਅੱਜ ਬਹੁਤ ਮਸ਼ਹੂਰ ਆ, ਜਾਂ ਜਿਨ੍ਹਾਂ ਨੂੰ ਅਸੀਂ ਅੱਜ ਸਾਡੇ ਸਾਹਮਣੇ ਨਹੀਂ ਲਿਖੀਆਂ ਕਿਤਾਬਾਂ ਪੜ੍ਹਦੇ, ਜਦੋਂ ਉਹਨਾਂ ਦੇ ਕਿਰਦਾਰ ਦੇਖਦੇ ਆ ਉਹ ਮੰਨ ਲਓ ਉਹਨਾਂ ਦੇ ਉਹ ਕਿਤਾਬ ਦੀ ਜਾਂ ਕਵਿਤਾ ਦੇ ਬਰਾਬਰ ਦੇ ਨਹੀਂ ਹੁੰਦੇ। ਮੇਰਾ ਕਹਿਣ ਤੋਂ ਭਾਵ ਹੈ ਵੀ ਇਸੇ ਤਰ੍ਹਾਂ ਵਿਅਕਤੀਆਂ ਦੇ ਇਕੱਲੇ ਕਿਤਾਬਾਂ ਨੂੰ ਨਾ ਪੜ੍ਹੋ, ਉਹਨਾਂ ਦੇ ਕਿਰਦਾਰਾਂ ਨੂੰ ਵੀ ਪੜ੍ਹੋ, ਉਹਨਾਂ ਦਾ ਹਿਸਟੋਰੀਕਲ ਦੇ ਵਿੱਚ ਉਹਨਾਂ ਦੀ ਆਪ ਕੀ ਦੇਣ ਆ। ਹੁਣ ਮੈਂ ਕਿਤੇ ਕੋਈ ਪਾਸ਼ ਦੀ ਕਿਤਾਬ ਪੜ੍ਹ ਦੇਵਾਂ, ਕਵਿਤਾ ਪੜ੍ਹ ਦੇਵਾਂ, ਜਾਂ ਪਾਤਰ ਦੀ ਪੜ੍ਹ ਦੇਵਾਂ, ਜਾਂ ਗੁਰਭਜਨ ਗਿੱਲ ਦੀ ਪੜ੍ਹ ਦੇਵਾਂ, ਜਾਂ ਆਪਣੇ ਪ੍ਰੋਫੈਸਰ ਪੂਰਨ ਸਿੰਘ ਦੀ ਪੜ੍ਹ ਦੇਵਾਂ, ਜਾਂ ਹਰਿੰਦਰ ਸਿੰਘ ਮਹਿਮੂਦ ਦੀ, ਮੈਂ ਰੀਸੈਂਟਲੀ ਗੱਲ ਕਰਦਾ ਵੀ ਆਪਾਂ ਉਹ ਕਿਸੇ ਨਾਲ, ਪਰ ਇਹਨਾਂ ਦੇ ਖੁਦ ਦੇ ਕਿਰਦਾਰ ਉਹਨਾਂ ਕਵਿਤਾਵਾਂ ਦੇ ਬਰਾਬਰ ਹੈਗੇ ਆ। ਜਾਂ ਕੋਈ ਆਪਾਂ ਗਦਰੀ ਬਾਬਿਆਂ ਦੀਆਂ ਪੜ੍ਹਦੀਆਂ, ਕਰਤਾਰ ਸਿੰਘ ਸਰਾਭਾ ਦੀ ਕਵਿਤਾ ਲਿਖੀ ਉਹ ਪੜ੍ਹਦੇ ਸਾਨੂੰ, ਜਾਂ ਉਹ ਮੇਰਾ ਕੋਲ ਭਾਈ ਵੀਰ ਸਿੰਘ ਦੀਆਂ, ਕਿਉਂਕਿ ਕਿਤੇ ਨਾ ਕਿਤੇ ਹੁਣ ਰਤਨ ਸਿੰਘ ਭੰਗੂ ਦਾ ਆ ਆਪਾਂ ਪੜ੍ਹਦੇ ਆ, ਪੰਥ ਪ੍ਰਕਾਸ਼, ਉਹ ਬੰਦੇ ਨੇ ਖੁਦ ਮੰਨ ਲਓ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਸ਼ਹੀਦ ਵੀ ਹੋਇਆ ਆ, ਮੰਨ ਲਓ ਉਹਦਾ ਬਾਪ ਵੀ ਉਹਦੇ ਵਿੱਚ, ਉਹਦਾ ਮਹਿਤਾਬ ਸਿੰਘ ਦਾ ਪੋਤਾ ਆ। ਕਹਿਣੀ ਤੇ ਕਰਨੀ ਵਾਲੇ ਜਿਹੜੇ ਕਿਰਦਾਰ ਆ ਉਹ ਬਹੁਤ ਘੱਟ ਆ, ਉਹਨਾਂ ਦੁਆਰਾ ਜਿਹੜੀ ਸਾਡੇ ਉੱਦਾਂ ਵੀ ਜਿਹੜਾ ਸਾਡਾ ਇਤਿਹਾਸ ਆ ਨਾ, ਆਪਣੇ ਜ਼ਿਆਦਾਤਰ ਸਾਡਾ ਮੌਖਿਕ ਇਤਿਹਾਸ ਆ, ਸਾਡਾ ਰਿਟਨ ਦੇ ਵਿੱਚ ਘੱਟ ਹੁੰਦਾ ਰਿਹਾ। ਅਸੀਂ ਸਾਖੀਆਂ ਤੋਂ ਭੱਜ ਗਏ ਕਿਸੇ ਤਰ੍ਹਾਂ, ਮੰਨ ਲਓ ਅਸੀਂ ਹਰ ਚੀਜ਼ ਨੂੰ ਜੋੜਦਾ ਜੀ, ਸਾਖੀਆਂ ਗੱਪਾਂ ਹੁੰਦੀਆਂ, ਪਹਿਲਾਂ ਮੈਂ ਵੀ ਇਹਦੇ ਵਿੱਚ ਸੋਚਦਾ ਹੁੰਦਾ, ਪਰ ਨਹੀਂ, ਜਦੋਂ ਕੋਈ ਸਾਖੀ ਸੁਣਾਉਂਦਾ ਹੈ ਨਾ, ਉਹ ਬੰਦਾ ਜਿਹੜਾ ਸੁਣਾਉਣ ਵਾਲਾ ਉਹਦੇ ਕਿਰਦਾਰ ਤੋਂ ਪਤਾ ਲੱਗਦਾ ਵੀ ਇਹ ਬੰਦਾ ਕਿੰਨਾ ਸੱਚਾ ਜਾਂ ਝੂਠਾ ਹੈ। ਜੇ ਉਹ ਸੱਚਾ ਬੰਦਾ ਹੀ ਉਹ ਸਾਖੀ ਨੂੰ ਬੜੇ ਉੱਚੇ ਲੈਵਲ ਤੱਕ ਲੈ ਜਾਂਦਾ, ਜਦੋਂ ਕਿਰਦਾਰ ਨਹੀਂ ਲੈਵਲ ਤਾਂ ਉਹ ਸਾਖੀ ਨੂੰ ਉੱਥੇ ਤੱਕ ਨਹੀਂ ਲਿਜਾ ਸਕਦਾ। ਮੇਰਾ ਕਹਿਣ ਤੋਂ ਭਾਵੇਂ ਕਿਤਾਬਾਂ ਕੱਲੀਆਂ ਤੁਹਾਡੇ ਨਹੀਂ ਪਾ ਦੇਣਾ, ਕਿਤਾਬਾਂ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਡਾ ਕਿਹੜਾ ਸਬਕੌਂਸ਼ੀਅਸ ਮਾਈਂਡ ਜੇ ਉਹ ਮੰਨ ਲਓ ਇੱਕ ਜਿਹੜਾ ਅਵਚੇਤਨ ਮਨ ਆ, ਜਿਹੜਾ ਉਹ ਹੋਰ ਹੀ ਕਿਤੇ ਮੰਨ ਲਓ ਦੂਜੇ ਮੰਡਲਾਂ ਤੱਕ ਵੀ ਲੈ ਜਾਂਦਾ ਹੁੰਦਾ ਬੰਦੇ ਨੂੰ, ਕੱਲੀਆਂ ਮੰਨ ਲਓ ਚੀਜ਼ਾਂ ਪੋਲੀਟੀਕਲ ਸਟਰਕਚਰ ਮਟੀਰੀਅਲ ਤੱਕ ਨਾ ਟਿਕੇ ਰਹੀਏ। ਇਹ ਵੈਸਟ ਵਿੱਚ ਵੀ ਬਹੁਤ ਆ, ਵੈਸਟ ਵਿੱਚ ਵੀ ਇਕੱਲਾ ਇੱਦਾਂ ਨਹੀਂ ਮਟੀਰੀਅਲ, ਉਹਨਾਂ ਦੇ ਵੀ ਬਹੁਤ ਜ਼ਿਆਦਾ ਆਪਾਂ ਜੇ ਪੜ੍ਹੀਏ ਤਾਂ ਇਹ ਇੱਦਾਂ ਦੇ ਬਹੁਤ ਉਹਨਾਂ ਦੇ ਸਕਾਲਰ ਹੋਏ ਆ। ਤੇ ਪਰ ਕਿਉਂਕਿ ਅਸੀਂ ਹੁਣ ਜ਼ਿਆਦਾਤਰ ਜਿਹੜੀ ਹਿਸਟਰੀ ਪੜ੍ਹ ਰਹੀ ਸੀਗੀ, ਅਸੀਂ ਜਿਹੜੀ ਸਕੂਲਾਂ ਦੀਆਂ ਕਿਤਾਬਾਂ ਸਾਨੂੰ ਪੜ੍ਹਾਈਆਂ ਜਾਂਦੀਆਂ ਉੱਥੇ ਤੱਕ ਸੀਮਿਤ ਸੀਗੇ, ਪਰ ਹੁਣ 18 ਸੈਂਚੁਰੀ ਦੀਆਂ ਜਿਹੜੀਆਂ ਕਿਤਾਬਾਂ ਉਹ ਤਾਂ ਅਸੀਂ ਕਦੇ ਪੜ੍ਹੀਆਂ ਸੁਣੀਆਂ ਨਹੀਂ ਸੀਗੀਆਂ, ਜਿਹੜੀਆਂ ਹੁਣ ਸਾਡੇ ਸਾਹਮਣੇ ਆਉਣ ਲੱਗੀਆਂ ਆ। ਉਹ ਮੰਨ ਲਓ ਸਾਡਾ ਖਾਸ ਕਰਕੇ 1849 ਤੋਂ ਪਹਿਲਾਂ ਦਾ ਜਿਹੜਾ ਇਤਿਹਾਸ ਆ ਉਹ ਬਹੁਤ ਪੜ੍ਹਨਾ ਜ਼ਰੂਰੀ ਆ। ਹੁਣ GVW ਲੇਟਨਰ ਹੋਣਾ ਦੀ ਕਿਤਾਬ ਆ, ਉਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਜੋ ਉਹਨਾਂ ਦਾ ਪ੍ਰਬੰਧ ਸੀਗਾ, ਉਹਨਾਂ ਦਾ ਐਜੂਕੇਸ਼ਨ ਦਾ ਪ੍ਰਬੰਧ ਸੀਗਾ, ਤੇ ਉਸ ਟਾਈਮ ਤੇ ਜੋ ਹੋਰ ਉਹਨਾਂ ਦੀਆਂ ਟੈਕਨੋਲੋਜੀ ਆ ਉਹ ਮੰਨ ਲਓ ਵੈਸਟ ਦੇ ਨਾਲੋਂ ਕਿਤੇ ਜ਼ਿਆਦਾ ਉੱਤਮ ਦੱਸ ਰਿਹਾ ਆ। ਜਿਹੜੀ ਆਉਂਦੀ ਹੈ ਜਿਹੜੇ ਕਿਸੇ ਸਟੇਟ ਦੇ ਮੰਨ ਲਓ ਬੰਦੇ ਆ, ਉਹਨਾਂ ਦੇ ਰਾਹੀਂ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਉਹਨਾਂ ਦਾ ਸਟੇਟ ਦਾ ਉਹਨਾਂ ਤੇ ਅਸਰ ਹੁੰਦਾ। ਬੇਸ਼ੱਕ ਉਹ ਬ੍ਰਿਟਿਸ਼ ਸਟੇਟ ਦੇ ਸੀਗੇ, ਬੇਸ਼ੱਕ ਉਹ ਅੱਜ ਦੀ ਸਟੇਟ ਦੇ ਜਦੋਂ ਬਾਅਦ ਚੋਂ ਰਿਟਾਇਰ ਹੋ ਜਾਂਦੇ ਕਿਤਾਬਾਂ ਲਿਖਦੇ, ਉਹ ਕਿਤੇ ਨਾ ਕਿਤੇ ਸਟੇਟ ਦਾ ਅਸਰ ਹੁੰਦਾ। ਉਹ ਪ੍ਰਭਾਵ ਛੱਡ ਕੇ ਉਹਨਾਂ ਨੇ ਸੱਚਾਈ ਲਿਖਣੀ ਬਹੁਤ ਔਖਾ ਕੰਮ ਹੁੰਦਾ। ਓਬਵੀਅਸਲੀ ਬਾਇਸ ਤਾਂ ਹਰ ਕੋਈ ਹੁੰਦਾ, ਮੈਂ ਵੀ ਸਿੱਖ ਹਿਸਟਰੀ ਲਿਖੂੰਗਾ, ਮੈਂ ਬਾਇਸ ਹੋਊਂਗਾ, ਪਰ ਕਿਤੇ ਨਾ ਕਿਤੇ ਇਦਾਂ ਦੀ ਗੱਲ ਨਹੀਂ ਕਿ ਪਹਿਲਾਂ ਤੁਸੀਂ ਚੇਂਜ ਜਦੋਂ ਹੁੰਦੇ ਆ ਫੇਰ ਹੁੰਦਾ। ਮੈਂ ਸ਼ੁਰੂ ਤੋਂ ਥੋੜਾ ਇਸ ਤਰ੍ਹਾਂ ਆਪਣੇ ਆਪ ਨੂੰ ਸੋਚਦਾ, ਪਹਿਲਾਂ ਮੈਂ ਵੀ ਬਹੁਤ ਤਰਕਸ਼ੀ ਰੈਸ਼ਨਲ ਹੋ ਕੇ ਚੀਜ਼ਾਂ ਨੂੰ ਦੇਖ ਰਿਹਾ। ਹੁਣ ਅਸੀਂ ਜਿਹੜੀ ਹਿੰਦੂਇਜ਼ਮ ਦੇ ਵਿੱਚ ਸਪਿਰਚੁਅਲਿਟੀ ਅਸੀਂ ਉਹਦਾ ਵੀ ਸਤਿਕਾਰ ਕਰਨ ਲੱਗ ਪਏ ਆ। ਅਸੀਂ ਉਹਨੂੰ ਹੁਣ ਸਾਡੇ ਬੰਦੇ ਕਈ ਉਧਰ ਨੂੰ ਵੀ ਮੰਨ ਲਓ ਗਾਲੋ ਗਾਲੀ ਹੋ ਜਾਂਦੇ ਆ, ਜਾਂ ਹੁਣ ਜਿੱਦਾਂ ਕੋਈ ਆਪਣੇ ਆਪ ਨੂੰ ਨਾਸਤਕ ਕਹਿੰਦਾ, ਉਹ ਟੋਟਲੀ ਹੀ ਮੰਨ ਲਓ ਸਪਿਰਚੁਅਲਿਟੀ ਵਾਲਿਆਂ ਨੂੰ, ਧਾਰਮਿਕ ਲੋਕਾਂ ਨੂੰ ਇੰਨੀ ਨਫ਼ਰਤ ਕਰਦੇ ਆ ਵੀ ਇਹ ਲੋਕਾਂ ਦੇ ਸਾਰੇ ਪਵਾੜੇ ਪਾਓ। ਕਿਉਂਕਿ ਇਦਾਂ ਜਿਹੜੀ ਹਿਸਟਰੀ ਲਿਖੀ ਜਿਹਨਾਂ ਬੰਦਿਆਂ ਨੂੰ ਜਾਂ ਪੜ੍ਹੀ ਜਾਂਦੀ ਆ ਉਹ ਆਪਣੇ ਆਪ 'ਚ ਨੁਕਸਾਨਦੇਹ ਆ। ਤੁਹਾਨੂੰ ਸਮੁੱਚਤਾ ਨੂੰ ਜਿਹੜਾ ਸੰਬੋਧਨ ਹੋ ਕੇ ਇਤਿਹਾਸ ਲਿਖਿਆ ਜਾਂਦਾ, ਮੇਰੇ ਖਿਆਲ ਨਾਲ ਉਹ ਪੜ੍ਹਨਾ ਚਾਹੀਦਾ। ਪੜ੍ਹਨਾ ਨਹੀਂ, ਉਹਨੂੰ ਅਨੁਭਵ ਕੀਤੇ ਦੇ ਨਾਲ ਹੀ ਚੀਜ਼ਾਂ ਸਮਝ ਆਉਣੀਆਂ, ਫੇਰ ਆਪਾਂ ਨੂੰ ਇਹ ਜੋ ਵਰਤਾਰੇ ਹੋਏ ਲਗਾਤਾਰ ਹੋਏ। ਕਿਉਂਕਿ ਅੰਗਰੇਜ਼ ਨੇ ਜਿਹੜਾ ਸਿਸਟਮ ਸਿਰਜਿਆ ਵੈਸਟ ਦਾ, ਉਹਨੇ ਲੋਕਾਂ ਦੇ ਮਨਾਂ ਨੂੰ ਫੜਿਆ, ਉਹਨੇ ਲੋਕਾਂ ਨੂੰ ਤਾਕਤ ਦੂਜੀ ਦੇ ਨਾਲ ਤਲਵਾਰ ਨਾਲ ਨਹੀਂ ਜ਼ਿਆਦਾ ਕੀਤਾ, ਉਹ ਵੀ ਜ਼ੋਰ ਵਰਤਿਆ, ਪਰ ਐਜੂਕੇਸ਼ਨਲ ਢਾਂਚੇ ਰਾਹੀਂ ਸਾਰੀ ਦੁਨੀਆ ਬਦਲਤੀ। ਹੁਣ ਇਹਨਾਂ ਦੇ ਤਾਂ ਹੀ ਬੱਚਿਆਂ ਨੇ ਆਪਣੀ ਪ੍ਰੋਬਲਮ ਆਪਾਂ ਸਮਝ ਨਹੀਂ ਆ ਰਹੀਆਂ, ਜਿੰਨਾ ਚਿਰ ਐਜੂਕੇਸ਼ਨ ਸੰਪੂਰਨ ਰੂਪ 'ਚ ਨਹੀਂ। ਸੌਰੀ ਮੇਰੀ ਕਾਲ ਲੰਬੀ ਹੋ ਗਈ ਹੈ। ਤੇ ਹੁਣ ਜਿੱਦਾਂ ਸਾਡੀ ਇੱਥੇ ਹੁਣ ਸਾਨੂੰ ਪੜ੍ਹਾਇਆ ਜਾਂਦਾ ਵਰਲਡ ਵਾਰਾਂ 'ਚ ਸਾਡੀ ਕੀ ਦੇਣ ਆ, ਉਹ ਤਾਂ ਪੜ੍ਹਾਈ ਜਾਂਦੀ, ਪਰ ਸਾਡੀ ਆਪਣੀ ਹਿਸਟਰੀ ਥੋੜ੍ਹਾ ਇੱਥੇ ਪੜ੍ਹਾਈ ਜਾਂਦੀ ਹੈ ਵੀ ਅਸੀਂ ਕਿਹੜੀਆਂ ਕੌਮਾਂ 'ਚੋਂ ਆਏ ਆ, ਸਾਡਾ ਆਪਣਾ ਕਿੱਦਾਂ ਦਾ ਰਾਜ ਪ੍ਰਬੰਧ ਸੀਗਾ। ਜਦੋਂ ਉਹ ਸਮੁੱਚਤਾ 'ਚ ਪੜ੍ਹਾਇਆ ਜਾਣ ਲੱਗਾ, ਤਬਦੀਲੀ ਫੇਰ ਆਉਣੀ ਆ, ਫੇਰ ਅਸੀਂ ਸਮਝਾਂਗੇ ਹਾਂ ਸਾਰਿਆਂ ਦਾ ਇਨਸਾਫ ਕੀਤਾ ਜਾਂਦਾ। ਤੁਸੀਂ ਇੱਕ ਜੋ ਤੁਹਾਡੇ ਸੂਤ ਆਉਂਦਾ ਆ ਵੀ ਇਹ ਵਰਲਡ ਵਾਰਾਂ 'ਚ ਸਾਡੇ ਲਈ ਲੜੇ ਆ, ਉਹ ਪੜ੍ਹਾ ਦਿਓ, ਤੇ ਦੂਜਾ ਜਿਹੜਾ ਤੁਸੀਂ ਉੱਥੇ ਕਿੱਦਾਂ ਕਲੋਨੀਜ਼ ਰਾਹੀਂ ਪ੍ਰਬੰਧ ਕੀਤੇ ਬਸਤੀਵਾਦ ਰਾਹੀਂ, ਉਹ ਤੁਸੀਂ ਪੜ੍ਹਾ ਨਹੀਂ ਰਹੇ। ਮੰਨ ਲਓ ਉਹਦੇ ਵਿੱਚ ਸਾਡੀਆਂ ਕੌਮਾਂ ਤੋਂ ਕਿੱਦਾਂ ਹੋਇਆ ਜਾਂ ਸਾਡਾ ਕਿੱਦਾਂ ਦਾ ਪ੍ਰਬੰਧ ਸੀਗਾ। ਔਰ ਮੇਰੀ ਕਾਲ ਲੰਬੀ ਹੋ ਗਈ, ਤੇ ਮੈਂ ਕਹਿੰਦਾ ਇੱਧਰ ਨੂੰ ਪੜ੍ਹਨ ਦਾ ਤਰੀਕਾ ਵਧੀਆ, ਸਾਰਿਆਂ ਨੂੰ ਪੜ੍ਹੋ ਤੇ ਫਿਰ ਮਤ ਰੱਖੋ ਆਪਣਾ। ਧੰਨਵਾਦ ਜੀ। ਧੰਨਵਾਦ ਜੀ। ਇਸ ਤੇ ਇੱਕ ਹੋਰ ਕਾਲਰ ਤੇ ਫਿਰ ਅਗਲੇ ਵਿਸ਼ੇ ਤੇ ਜਾਵਾਂਗੇ। ਸਰਦਾਰ ਸੁਖਦੇਵ ਸਿੰਘ ਸੇਖੋਂ ਜੀ, ਲਾਈਨ ਨੰਬਰ 2।
ਹਾਂਜੀ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਮੈਂ ਹੁਣੇ ਹੀ ਲਾਇਆ ਸੀ ਤੇ ਮੈਨੂੰ ਪਤਾ ਲੱਗਾ ਵੀ ਹਿਸਟਰੀ ਦੀ ਗੱਲ ਚੱਲਦੀ ਆ। ਉਹ ਭਾਈ ਸਾਹਿਬ ਜਿਹੜੇ ਆਏ ਸੀਗੇ, ਬਹੁਤ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ ਜੀ। ਗਿੱਲ ਸਾਹਿਬ, ਜਿਹੜੀ ਹਿਸਟਰੀ ਆ ਨਾ, ਇਹ ਇੰਨੀ ਜ਼ਰੂਰੀ ਆ ਪੜ੍ਹਨੀ। ਜੇ ਤੁਸੀਂ ਫਿਊਚਰ ਜਾਣਨਾ ਚਾਹੁੰਦੇ ਆ, ਪ੍ਰੈਜ਼ੈਂਟ ਜਾਣਨਾ ਚਾਹੁੰਦੇ ਆ, ਤੁਹਾਨੂੰ ਹਿਸਟਰੀ ਦੀ ਨੌਲੇਜ ਹੋਣੀ ਚਾਹੀਦੀ ਹੈ। ਪਰ ਸਾਡੀ ਤਰਾਸਦੀ ਹੈ ਵੀ ਅਸੀਂ ਸਾਡੀ ਪੰਜਾਬ ਦੀ ਜਿਹੜੀ ਹਿਸਟਰੀ ਆ, ਸਿੱਖਾਂ ਦੀ ਹਿਸਟਰੀ ਆ, ਤਕਰੀਬਨ ਇੱਕ ਸਿੱਖਾਂ ਦੁਆਰਾ ਨਹੀਂ ਲਿਖੀ ਗਈਗੀ। ਤੇ ਇਹਦੇ ਵਿੱਚ ਜਾਂ ਤਾਂ ਕੋਈ ਮੁਸਲਮਾਨ ਰਾਈਟਰ ਹੋਇਆ, ਇੱਕ ਜਿਹੜੇ ਅੰਗਰੇਜ਼ ਰਾਈਟਰ ਹੋਇਆ, ਮੇਰੇ ਖਿਆਲ ਮੈਨੂੰ ਨਾਂ ਦਾ ਭੁਲੇਖਾ ਪੈਂਦਾ, ਕਨਿੰਗਮ, ਉਹਨੇ ਤਾਂ ਬਹੁਤ ਹੀ ਵਧੀਆ ਹਿਸਟਰੀ ਲਿਖੀ ਹੈ, ਜਿਹੜੀ ਇਹ ਆਪਣੀ ਸਿੱਖ ਹਿਸਟਰੀ ਲਿਖੀ ਹੈ। ਔਰ ਇੱਕ ਜਿਹੜੀ ਕਿਤਾਬ ਇੱਕ ਹੋਰ ਹੈ, ਆ ਜਿਹੜੀ ਦੱਸ ਕੇ ਗਏ ਸੀ, ਪੰਜਾਬ ਟਰਾਈਬਸ ਐਂਡ ਕਾਸਟ, ਜੀ ਜੀ, ਉਹ ਗਿੱਲ ਸਾਹਿਬ ਅੱਜ ਵੀ ਜਿਹੜੀ ਹੈ ਨਾ, ਉਹ ਪੰਜਾਬ ਗਵਰਨਮੈਂਟ ਵੱਲੋਂ ਜਿਹੜੇ PCS ਆਫੀਸਰ ਸਿਲੈਕਟ ਹੁੰਦੇ ਆ, ਜੋ ਸਿਲੈਕਟ ਹੋ ਕੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਉਹਦੇ ਵਿੱਚ ਇਹ ਕਿਤਾਬ ਲਾਜ਼ਮੀ ਪੜ੍ਹਾਈ ਜਾਂਦੀ ਹੈ। ਅੰਗਰੇਜ਼ ਜਦੋਂ ਜਿੱਥੇ ਵੀ ਜਾਂਦੇ ਸੀ, ਉੱਥੋਂ ਦੇ ਲੋਕਾਂ ਦਾ ਸੁਭਾਅ, ਉੱਥੋਂ ਦੀ ਕਾਸਟ ਸਿਸਟਮ, ਉਹਨਾਂ ਦੀਆਂ ਰਵਾਇਤਾਂ, ਉਹਨਾਂ ਦੇ ਨੇਚਰ ਕਿਹੋ ਜਿਹੀ ਆ, ਇਹ ਲਾਜ਼ਮੀ ਉਹ ਆਪਦੇ ਆਫੀਸਰਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ। ਸੋ ਇਹ ਜਿਹੜੀ ਮਤਲਬ ਹਿਸਟਰੀ ਦੀ ਇੰਨੀ ਮਹੱਤਤਾ ਨਾ, ਜੇ ਬੰਦੇ ਨੂੰ ਹਿਸਟਰੀ ਨਹੀਂ ਨਾ ਆਉਂਦੀਗੀ, ਉਹ ਪ੍ਰੈਜੈਂਟ ਵੀ ਨਹੀਂ ਜਾਣ ਸਕਦਾ, ਉਹ ਫਿਊਚਰ ਵੀ ਨਹੀਂ ਜਾਣ ਸਕਦਾ। ਮੈਂ ਇੱਕ ਛੋਟੀ ਤੁਹਾਨੂੰ ਉਦਾਹਰਨ ਦਿੰਦਾ ਜੀ। ਇੱਥੇ ਆਪਣੇ ਰਮਾਣਾ ਸਾਹਿਬ ਦੇ ਇੱਕ ਟਾਕ ਸ਼ੋਅ ਦੇ ਵਿੱਚ ਉਸ ਦਿਨ ਊਧਮ ਸਿੰਘ ਦੀ, ਜਿਸ ਦਿਨ ਊਧਮ ਸਿੰਘ ਨੇ ਮਾਰਿਆ ਉਹਨੂੰ ਅਡਵਾਇਰ ਨੂੰ, ਉਸ ਦੀ ਅਰੈਸਟ ਦੀ ਜਿਹੜੀ ਆ, ਉਹ ਡੇਲੀ ਪੋਸਟ ਜਿਹੜਾ ਅਖਬਾਰ ਸੀ, ਉਹਦੀ ਫੋਟੋ, ਉਹਦੀ ਉਸੇ ਤਰ੍ਹਾਂ NMBNO ਫੋਟੋ, ਅਸਲੀ ਫੋਟੋ ਛਾਪੀ ਸੀ। ਉਦੋਂ ਗੱਲ ਕਰ ਰਹੇ ਸੀਗੇ। ਇੱਕ ਕਾਲਰ ਹੈ, ਬੜੇ ਸਤਿਕਾਰਯੋਗ ਆ, ਬਹੁਤ ਆਮ ਆਉਂਦੇ ਆ, ਆਮ ਹੀ ਉਹ, ਤੇ ਉਹਨਾਂ ਨੇ ਜੀ ਉਹ ਵਿੱਚ ਉਹਦੇ ਕਾਲ ਕੀਤੀ ਤੇ ਉਹ ਗੱਲ ਨੂੰ ਹੋਰ ਪਾਸੇ ਲੈ ਗਏ। ਉਹ ਰਮਾਣਾ ਸਾਹਿਬ ਉਹਨੂੰ ਕਹਿੰਦੇ ਵੀ ਭਾਈ ਸਾਹਿਬ, ਤੁਹਾਨੂੰ ਪਤਾ ਹੈ ਵੀ ਮੈਂ ਜਿਹੜੀ ਗੱਲ ਕਰ ਰਿਹਾ, ਐਡਾ ਸ਼ਹੀਦ ਹੈ ਜਿਹੜਾ ਸਾਡਾ, ਤੁਹਾਨੂੰ ਪਤਾ ਵੀ ਊਧਮ ਸਿੰਘ ਕੌਣ ਸੀ? ਗਿੱਲ ਸਾਹਿਬ ਇੰਨਾ ਉਹ ਬੰਦਾ ਪੜ੍ਹਿਆ ਲਿਖਿਆ ਆਪਦੇ ਆਪ ਨੂੰ ਸਾਬਤ ਕਰਦਾ, ਉਹ ਕਹਿੰਦਾ ਜੀ ਮੈਂ ਸੌਰੀ, ਕਹਿੰਦਾ ਜਾਣਦਾ ਨਹੀਂ, ਕਹਿੰਦਾ ਵੀ ਕੌਣ ਸੀ। ਮਤਲਬ ਇੱਥੋਂ ਤੱਕ ਸਾਡਾ ਨਿਗਾਰ ਹੈ, ਉਹਨੂੰ ਊਧਮ ਸਿੰਘ ਦੇ ਬਾਰੇ ਨਹੀਂ ਪਤਾ ਸੀ, ਤੇ ਗੱਲਾਂ ਉਹ ਇੰਨੀਆਂ ਕਰਦੇ ਆ, ਮੈਨੂੰ ਉਹਦਾ ਤਕਰੀਬਨ ਉਹ ਰੋਜ਼ ਹੀ ਆਉਂਦੇ ਆ, ਹਰੇਕ ਉੱਧਰ ਵੀ ਜਾਂਦੇ ਆ, ਇੱਧਰ ਵੀ, ਸਾਰੇ ਪਾਸੇ। ਸੋ ਹਿਸਟਰੀ ਸਾਡੀ ਬੜੀ ਜ਼ਰੂਰੀ ਆ। ਫਿਰ ਵੇਖੋ ਗਿੱਲ ਸਾਹਿਬ, ਮਹਾਰਾਜਾ ਰਣਜੀਤ ਸਿੰਘ ਵਰਲਡ ਦਾ ਇੱਕੋ ਇੱਕ ਇਹੋ ਜਿਹਾ ਰਾਜਾ ਜਿਹਦੀ ਰਾਜ ਦੇ ਵਿੱਚ ਕਦੇ ਫਾਂਸੀ ਨਹੀਂ ਹੋਈ, ਔਰ ਉਹਨੂੰ ਹਰ ਵਰਗ ਸਤਿਕਾਰ ਕਰਦਾ ਸੀ। ਔਰ ਵੇਖੋ ਅੱਜ ਇੱਥੇ ਇੱਕ ਨਾਵਲ ਲਿਖਿਆ ਗਿਆ, ਸੂਰਜ ਦੀ ਅੱਖ ਜੀ, ਔਰ ਸਾਡੇ ਇੱਥੋਂ ਦੀ ਇੱਕ ਸੰਸਥਾ ਨੇ $25,000 ਉਹਨੂੰ ਇਨਾਮ ਦਿੱਤਾ। ਔਰ ਵੇਖੋ, ਉਹ ਮੈਂ ਪੜ੍ਹਿਆ ਜੀ, ਉਹਦੇ ਵਿੱਚ ਕੀ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ 12 ਸਾਲ ਦੀ ਉਮਰ ਦੇ ਵਿੱਚ ਸ਼ਰਾਬ ਪੀਣ ਲੱਗ ਗਿਆ ਸੀ। 12 ਸਾਲ ਦੀ ਉਮਰ ਚ ਕਹਿੰਦਾ ਉਹ। ਵੇਖੋ ਇਸ ਬੰਦੇ ਦੀ ਸੋਚ ਕਿੱਥੇ ਖੜੀ, ਹੁਣ ਕਿਹੜੀ ਸਾਜ਼ਿਸ਼ ਦੇ ਅਧੀਨ ਉਹ ਨਾਵਲ ਲਿਖਿਆ ਤੇ ਕਿਹੜੇ ਉਹਨੂੰ ਇਨਾਮ ਦੇਣ ਵਾਲੇ ਆ। ਜਿਹੜਾ ਬੱਚਾ 12 ਸਾਲ ਦੀ ਉਮਰ ਚ ਸ਼ਰਾਬੀ ਕਬਾਬੀ ਹੋ ਜੇ, ਉਹ ਐਡਾ ਰਾਜ ਬਣਾ ਲੂਗਾ। ਸੋ ਇਹੋ ਜਿਹੀਆਂ ਤਾਂ ਸਾਜ਼ਿਸ਼ਾਂ ਚੱਲਦੀਆਂ। ਸੋ ਹਿਸਟਰੀ ਸਾਡੀ ਜਿਹੜੀ ਹੈ, ਸੋਰਸ ਜਿਹੜਾ ਨਾ ਉਹ ਵਧੀਆ ਹੋਣਾ ਚਾਹੀਦਾ, ਪਰ ਮਤਲਬ ਹਿਸਟਰੀ ਬਿਨਾਂ ਅਸੀਂ ਕੱਖ ਦੇ ਵੀ ਨਹੀਂ ਗੇ, ਜੇ ਹਿਸਟਰੀ ਨਹੀਂ ਜਾਣਦੇ। ਥੈਂਕ ਯੂ ਸੇਖੋ ਸਾਹਿਬ, ਥੈਂਕ ਯੂ, ਮਿਹਰਬਾਨੀ, ਥੈਂਕ ਯੂ। ਜਲੇਬੀ ਜੂੜਾ ਕਰਕੇ ਜਦ ਉੱਚਾ ਬੂਰ ਮਾਜਰੇ ਵਾਲੀ ਜਗਮੋਹਨ ਕੌਰ ਨੇ ਖੜਨਾ, ਜਦ ਇਹ ਇਕੱਠੇ ਗਾਉਣ ਲੱਗੇ, ਬਹੁਤ ਵੱਡੀ ਗੱਲ ਸੀ ਪੰਜਾਬ ਦੇ ਵਿੱਚ ਕਿ ਰੋਪੜ ਤੋਂ ਇੱਕ ਕੁੜੀ ਆਈ ਆ, ਕੇਦੀਪ ਨਾਲ ਗਾਉਂਦੀ ਆ। ਹਰ ਸਾਲ ਦਾ ਇੱਕ ਟ੍ਰਿਪ ਪੱਕਾ ਕਲਕੱਤੇ ਦਾ ਹੁੰਦਾ, ਲੋਕ ਬਹੁਤ ਪਸੰਦ ਕਰਦੇ, 10 ਦਿਨ ਇਹ ਰਹਿੰਦੇ ਉੱਥੇ, ਕਈ ਖਾੜੇ ਲਾਉਂਦੇ। ਕੇਦੀਪ ਤੇ ਜਗਮੋਹਨ ਕੌਰ ਉਹਨਾਂ ਦੀ ਜੋੜੀ ਜਿਹੜੀ ਬੜੀ ਸੁਪਰ ਹਿੱਟ ਰਹੀ, ਬੜੀਆਂ ਦੰਦ ਕਥਾਵਾਂ ਵੀ ਹੋਈਆਂ, ਗੱਲਾਂ ਵੀ ਹੋਈਆਂ। ਕੇਦੀਪ ਤੇ ਮਾਈ ਮੋਹਣੋ, ਪੋਸਤੀ ਤੇ ਮਾਈ ਮੋਹਣੋ ਦੀ ਇਹ ਸੈਗਮੈਂਟ ਜੀ ਤੁਸੀਂ ਸੁਣ ਕੇ ਹਟੇ ਹੋ। ਬਹੁਤ ਸ਼ਬਦ ਦੇ ਵਿੱਚ ਕਰੜੇ ਵੀ ਕਈ ਵਾਰ ਹੁੰਦੇ, ਤੇ ਪਰ ਲੋਕ ਉਸਨੂੰ ਪਸੰਦ ਕਰਦੇ। ਕੇਦੀਪ ਹੋਣੀ ਪਿਛਲੇ ਸਾਲ ਮੇਰਾ ਖਿਆਲ ਉਹਨਾਂ ਨਾਲ ਮੈਂ ਗੱਲ ਕੀਤੀ ਸੀ, ਇੱਥੇ ਉਹ ਆਉਂਦੇ ਰਹਿੰਦੇ ਆ ਸਰੀ ਦੇ ਵਿੱਚ, ਮੇਰਾ ਖਿਆਲ ਉਹਨਾਂ ਦੀ ਬੇਟੀ ਇੱਥੇ ਰਹਿੰਦੀ ਹੈ ਸ਼ਾਇਦ ਵਾਈਟ ਰੌਕ, ਤੇ ਉਹਨਾਂ ਦੀ ਮੌਤ ਹੋ ਗਈ ਹੈ, ਸਵਰਗਵਾਸ ਹੋ ਗਏ ਨੇ ਉਹ। ਕੇਦੀਪ ਉਹਨਾਂ ਦੇ ਗੀਤ ਤੁਸੀਂ ਅਕਸਰ ਪ੍ਰੋਗਰਾਮਾਂ 'ਚ ਆਪਣੇ ਸੁਣਦੇ ਰਹਿੰਦੇ ਹੋ। ਬਹੁਤ ਲੰਮਾ ਸਮਾਂ ਉਹਨਾਂ ਨੇ ਗਾਇਆ, ਤੇ ਬਾਹਰਲੇ ਟੂਰ ਜਿਹੜੇ ਨੇ ਸਭ ਤੋਂ ਪਹਿਲਾਂ ਡਿਊਟ ਜਿਹੜੀ ਕੋਈ ਜੋੜੀ ਸੀ ਤਾਂ ਉਹ ਲਾਉਣ ਲੱਗੇ। ਬੜੀਆਂ ਗੱਲਾਂ ਬਾਤਾਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਨੇ।
ਕੇਦੀਪ ਤੇ ਜਗਮੋਹਨ ਕੌਰ ਦੀ ਜੋੜੀ ਨੂੰ ਲੋਕ ਬਹੁਤ ਯਾਦ ਕਰਦੇ ਆ ਤੇ ਕੇਦੀਪ ਹੋਣੀ ਇਸ ਸੰਸਾਰ ਤੋਂ ਕੂਚ ਕਰ ਗਏ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਬਹੁਤ ਵਧੀਆ ਬਿਤਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪ੍ਰੋਗਰਾਮ ਅੱਜ ਦਾ ਮਹਾਰਾਜਾ ਦਲੀਪ ਸਿੰਘ ਤੇ ਇਸ ਨੂੰ SherePunjabRadio.ca ਤੇ ਪਾਇਆ ਜਾਵੇਗਾ, ਛੇਤੀ ਸੁਣ ਸਕਦੇ ਹੋ ਪ੍ਰੋਗਰਾਮ। ਸਤਿੰਦਰ ਸਰਤਾਜ ਉਹਨਾਂ ਦਾ ਧੰਨਵਾਦ ਹੈ, ਜਸਜੀਤ ਸਿੰਘ ਉਹਨਾਂ ਦਾ ਧੰਨਵਾਦ ਹੈ ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਇਸ ਨੂੰ ਅੱਜ ਸਿਰੇ ਕੀਤਾ। ਰਿਚਾ ਸ਼ਰਮਾ ਜੀ ਸਾਡੇ ਪ੍ਰੋਡਕਸ਼ਨ ਟੀਮ ਦੇ ਹੈੱਡ ਨੇ, ਉਹਨਾਂ ਨੇ ਸਵੇਰੇ ਕੋਸ਼ਿਸ਼ ਕੀਤੀ ਡਾਕਟਰ ਸਤਿੰਦਰ ਸਰਤਾਜ ਉਹਨਾਂ ਨਾਲ, ਉਹ ਸਟੂਡੀਓ ਦੇ ਵਿੱਚ ਸਨ, ਫੋਨ ਉਹਨਾਂ ਦੇ ਬੰਦ ਸੀ ਜਿਹੜੇ ਉਹਨਾਂ ਨੇ ਭੇਜੇ ਮਿਲੇ, ਪਰ ਅਖੀਰ ਇਹ ਗੱਲ ਸਿਰੇ ਹੋ ਗਈ। ਉਹਨਾਂ ਨਾਲ ਗੱਲ ਕਰਨੀ ਬੜੀ ਵਧੀਆ ਲੱਗੀ। ਬੰਦੇ ਇਹ ਦੌਲਤਾਂ ਸ਼ੋਹਰਤਾਂ ਜਿਹੜੀਆਂ ਲੋਕਾਂ ਨੇ ਦਿੱਤੀਆਂ ਕੱਖ ਨਹੀਂ, ਲੋਕ ਹੱਥ ਖਿੱਚ ਲੈਂਦੇ ਨੇ। ਜਦ ਬੰਦੇ ਦਾ ਦਿਮਾਗ ਹਿਲਦਾ ਹੈ ਕਿ ਅਸੀਂ ਹੋਈ ਹਾਂ ਸਾਰਾ ਕੁਛ, ਇਹ ਬੜਾ ਹੁੰਦਾ ਹੈ। ਗਾਇਕ ਕੌਣ ਹੈ? ਗਾਇਕ ਉਹ ਆ ਜਿਹੜਾ ਲੋਕਾਂ ਦੇ ਦਿਲਾਂ 'ਚ ਵਸੇ। ਸੋ ਸਤਿੰਦਰ ਸਰਤਾਜ ਉਹਨਾਂ ਨਾਲ ਤੁਸੀਂ ਗੱਲਬਾਤ ਸੁਣੀ ਸੀ। ਇਹ ਸੀ ਅੱਜ ਦਾ ਪ੍ਰੋਗਰਾਮ। ਕੱਲ੍ਹ ਨੂੰ ਵੋਟਾਂ ਦਾ ਤੋਂ ਪਹਿਲਾਂ ਆਖਰੀ ਦਿਨ ਹੈ, ਵੋਟਾਂ ਦੇ ਬਾਰੇ ਗੱਲ ਹੋਊਗੀ, ਪਾਰਕਿੰਗ ਦੀ ਗੱਲ ਕਰਾਂਗੇ, ਪ੍ਰਾਈਵੇਟ ਪਾਰਕਿੰਗ ਦੀ, ਤੇ ਹੋਰ ਬਹੁਤ ਕੁਛ। ਰੱਬ ਰਾਖਾ ਤੇ ਚੜ੍ਹਦੀ ਕਲਾ 'ਚ ਰਿਹਾ ਕਰੋ, ਮਨੁੱਖਤਾ ਦੀ ਸੇਵਾ ਕਰਿਆ ਕਰੋ ਹਰ ਇੱਕ, ਪਰ ਸਭ ਤੋਂ ਉੱਚੀ ਗੱਲ ਸੱਚ ਤੇ ਪਹਿਰਾ ਚਾਹੀਦਾ। ਰੱਬ ਰਾਖਾ। ਬਾਬਾ ਗੱਡੀ ਕਿਉਂ ਰੋਕੀ ਆ? ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਰ ਹੀ ਅੜ ਗਿਆ।